किसान अकेडमी के ऑनलाइन प्लेटफॉर्म के ऊपर तुहाडा स्वागत है। आज की क्लास ਦੇ ਵਿੱਚ ਅਸੀਂ ਫੋਰਨ ਪਾਲਿਸੀ ਆਫ ਇੰਡੀਆ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਦੇ ਨਾਲ ਰਿਲੇਟਡ ਟੌਪਿਕ ਦੇ ਕੁਝ ਐਮਸੀਕਿਊ ਡਿਸਕਸ ਕਰਾਂਗੇ। ਤੁਹਾਨੂੰ ਪਤਾ ਕਿ ਜਦੋਂ ਵੀ ਅਸੀਂ ਵਿਦੇਸ਼ ਨੀਤੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਸਾਰਕ ਆ ਜਾਂਦੀ ਆ ਹਨਾ, ਜਾਂ ਆਪਾਂ ਕਹੀਏ ਅਸੀਂ ਨੌਨ ਅਲਾਈਨਡ ਮੂਵਮੈਂਟ ਦੇ ਬਾਰੇ ਚ ਡਿਸਕਸ ਕਰਦੇ ਆ। ਇਹਦੇ ਅੰਡਰ ਪੰਚਸ਼ੀਲ ਦੇ ਬਾਰੇ ਚ, ਪੰਚਸ਼ੀਲ ਦਾ ਟੌਪਿਕ ਜਿਹੜਾ ਹੈ ਉਹ ਸਾਡੇ ਕੋਲ ਇਹਦੇ ਅੰਡਰ ਹੀ ਆਏਗਾ ਹਨਾ। ਤੁਸੀਂ ਹੋਪ ਅੱਛੀ ਤਿਆਰੀ ਕਰ ਰਹੇ ਹੋ ਆਪਣੀ ਇਹਨਾਂ ਟੌਪਿਕਸ ਦੀ। ਨਾਲ ਹੀ ਡਿਸਆਰਮਮੈਂਟ ਜਿਹੜਾ ਟੌਪਿਕ ਹੈ ਉਹਨੂੰ ਤੁਸੀਂ ਨਿਸ਼ਸਤਰੀਕਰਨ, ਉਸ ਟੌਪਿਕ ਨੂੰ ਅਸੀਂ ਇਹਦੇ ਅੰਡਰ ਹੀ ਪੜ੍ਹਦੇ ਹਾਂ, ਠੀਕ ਹੈ। ਦੈਨ ਯੂਐਨਓ ਬਾਰੇ ਵੀ ਜਿਹੜੀ ਬਰੀਫ ਡਿਸਕ੍ਰਿਪਸ਼ਨ ਇਨਫੋਰਮੇਸ਼ਨ ਹੈਗੀ ਅਸੀਂ ਉਹ ਇਸ ਟੌਪਿਕ ਦੇ ਅੰਡਰ ਡਿਸਕਸ ਕਰਦੇ ਹਾਂ। ਤਾਂ ਭਾਰਤ ਦੀ ਵਿਦੇਸ਼ ਨੀਤੀ ਦੇ ਵਿੱਚ ਸਾਰੀਆਂ ਵਾਲੀਆਂ ਜਿਹੜੀਆਂ ਹੈਗੀਆਂ ਨੇ ਆਰਗੇਨਾਈਜੇਸ਼ਨਸ ਨੂੰ ਅਸੀਂ ਡਿਸਕਸ ਕਰਦੇ ਹਾਂ। ਤਾਂ ਆਲਰੇਡੀ ਤੁਹਾਡੀਆਂ ਕਲਾਸਿਸ ਦੇ ਵਿੱਚ ਮੇਰੇ ਨਾਲ ਹੋ ਚੁੱਕੀਆਂ ਨੇ। ਇਹਦੇ ਨਾਲ ਰਿਲੇਟਡ ਕੁਝ ਜਿਹੜੇ ਐਮਸੀਕਿਊ ਹੈਗੇ ਨੇ ਹਨਾ ਉਹ ਅਸੀਂ ਇੱਥੇ ਡਿਸਕਸ ਕਰਾਂਗੇ। ਬਾਕੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਮੇਨ ਤੁਹਾਡੇ ਬੈਚ ਦੇ ਵਿੱਚ ਹੀ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਥਿਊਰੀ ਕਲਾਸਿਸ, ਠੀਕ ਹੈ। ਥਿਊਰੀ ਕਲਾਸਿਸ ਦੇ ਰਾਹੀਂ ਤੁਹਾਨੂੰ ਇਹ ਟੌਪਿਕ ਸਾਰੇ ਕਰਵਾਏ ਜਾ ਚੁੱਕੇ ਆ। ਜੋ ਵੀ ਬੱਚੇ ਇੰਟਰਸਟਡ ਨੇ ਕੋਰਸ ਲੈਣਾ ਚਾਹੁੰਦੇ ਨੇ ਤਾਂ ਉਹ ਕੋਰਸ ਨੂੰ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ 9988001121 ਦੇ ਉੱਪਰ ਕਾਲ ਕਰਕੇ ਜਾਂ WhatsApp ਮੈਸੇਜ ਡ੍ਰੌਪ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਡਾਇਰੈਕਟ ਵੀ ਤੁਸੀਂ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ, ਕਿਸਾਨ ਅਕੈਡਮੀ, ਠੀਕ ਹੈ, ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਡਾਇਰੈਕਟ ਵੀ ਜਿਹੜਾ ਹੈ ਬੈਚ ਪਰਚੇਜ਼ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰੋ। ਕਿਸਾਨ ਅਕੈਡਮੀ ਦੀ ਐਪ ਨੂੰ ਓਪਨ ਕਰਕੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਡਾਇਰੈਕਟ ਕੋਰਸ ਵੀ ਪਰਚੇਜ਼ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਅਸੀਂ ਸਟਾਰਟ ਕਰਦੇ ਹਾਂ ਅੱਜ ਦੇ ਐਮਸੀਕਿਊ। ਫਰਸਟ ਕੁਐਸਚਨ ਆਪਣੇ ਕੋਲ, ਭਾਰਤ ਦੀ ਵਿਦੇਸ਼ ਨੀਤੀ ਦੇ ਬਾਨੀ ਕੌਣ ਸੀ, ਠੀਕ ਹੈ। ਹੂ ਇਜ਼ ਦਾ ਫਾਊਂਡਰ ਆਫ ਦਾ ਫੋਰਨ ਪਾਲਿਸੀ ਆਫ ਇੰਡੀਆ। ਤਾਂ ਵਿਦੇਸ਼ ਨੀਤੀ ਮਤਲਬ ਕਿ ਭਾਰਤ ਦੇ ਜਿਹੜੇ ਵਿਦੇਸ਼ਾਂ ਦੇ ਨਾਲ ਸੰਬੰਧ ਰਹੀ, ਫੋਰਨ ਪਾਲਿਸੀ ਰਹੀ, ਉਹਨੂੰ ਜਿਹੜਾ ਅੱਛਾ ਬਣਾਉਣ ਦੇ ਵਿੱਚ ਆਪਾਂ ਇਹ ਕਹੀਏ ਕਿ ਉਹਦੇ ਬਾਰੇ ਸੋਚਣ ਵਾਲੇ ਪਹਿਲੇ ਪਰਸਨ ਕੌਣ ਸੀਗੇ। ਤਾਂ ਉਹ ਕੌਣ ਸੀਗੇ ਜੀ? ਸਾਡੇ ਕੋਲ ਸਾਡੇ ਪਹਿਲੇ ਪ੍ਰਧਾਨ ਮੰਤਰੀ, ਸਾਡੇ ਫਰਸਟ ਪੀਐਮ ਜਵਾਹਰ ਲਾਲ ਨਹਿਰੂ, ਜਿਹੜੇ ਕਿ ਲੌਂਗੈਸਟ ਟਨਿਓਰ ਵੀ ਸੀਗੇ, ਠੀਕ ਹੈ। ਸਭ ਤੋਂ ਪਹਿਲੇ ਆਪਣੇ ਜਿਹੜੇ ਹੈਗੇ ਨੇ ਇਹ ਪੀਐਮ ਬਣਦੇ ਨੇ, ਪ੍ਰਧਾਨ ਮੰਤਰੀ ਬਣਦੇ ਨੇ, ਤੇ ਲਗਭਗ 17 ਸਾਲ ਜਿਹੜੇ ਹੈਗੇ ਨੇ ਇਹ ਆਪਣੇ ਇਸ ਪੀਐਮ ਦੇ ਅਹੁਦੇ ਉੱਪਰ ਰਹੇ ਤੇ 17 ਸਾਲ ਲਗਾਤਾਰ ਇਹ ਜਿਹੜੇ ਹੈਗੇ ਨੇ ਐਫਰਟਸ ਕਰਦੇ ਰਹੇ ਆ ਆਪਣੀ ਸਾਡੀ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਆ ਉਹਨੂੰ ਆਜ਼ਾਦੀ ਤੋਂ ਬਾਅਦ ਵੀ ਇੱਕ ਅੱਛੇ ਤਰੀਕੇ ਨਾਲ ਪ੍ਰਮੋਟ ਕਰਨ ਦੇ ਲਈ, ਅੱਛੇ ਰਿਲੇਸ਼ਨ ਜਿਹੜੇ ਹੈਗੇ ਆ ਉਹ ਬਾਕੀ ਦੇਸ਼ਾਂ ਦੇ ਨਾਲ ਸਥਾਪਿਤ ਕਰਨ ਦੇ ਲਈ, ਠੀਕ ਹੈ ਜੀ। ਦੈਨ ਆਪਣੇ ਕੋਲ ਨੈਕਸਟ ਕੁਐਸਚਨ ਹੈ, ਪੰਚਸ਼ੀਲ ਸਮਝੌਤਾ ਕਿੰਨਾਂ ਦੇਸ਼ਾਂ ਦੇ ਵਿਚਕਾਰ ਹੋਇਆ ਸੀ? ਦੇਖੋ ਪੰਚਸ਼ੀਲ, ਸਭ ਬੱਚਿਆਂ ਨੇ ਪੰਚਸ਼ੀਲ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਸੀ ਸਟਾਰਟਿੰਗ ਤੋਂ ਹੀ, ਹੈ ਨਾ। ਜਦੋਂ ਤੁਸੀਂ ਪੜ੍ਹਦੇ ਆ ਰਹੇ ਆ ਸੋਸ਼ਲ ਸਟੱਡੀਜ਼ ਨੂੰ, ਹਿਸਟਰੀ ਨੂੰ, ਪੋਲਿਟੀ ਨੂੰ, ਅਸੀਂ ਹਿਸਟਰੀ ਤੇ ਪੋਲਿਟੀ ਦੋਨਾਂ ਦੇ ਵਿੱਚ ਹੀ ਪੰਚਸ਼ੀਲ ਸ਼ਬਦ ਅਕਸਰ ਸੁਣਦੇ ਆ ਹਨਾ। ਕਈ ਵਾਰ ਇਹ ਟੌਪਿਕ ਸਾਨੂੰ ਹਿਸਟਰੀ ਦੇ ਵਿੱਚ ਐਡ ਕੀਤਾ ਗਿਆ ਹੁੰਦਾ, ਕਈ ਵਾਰ ਇਹ ਟੌਪਿਕ ਸਾਨੂੰ ਪੋਲਿਟੀ ਦੇ ਵਿੱਚ ਐਡ ਕੀਤਾ ਗਿਆ ਹੁੰਦਾ। ਤਾਂ ਦੋਨਾਂ ਦਾ ਹੀ ਇੱਕ ਇਹ ਜਿਹੜਾ ਟੌਪਿਕ ਹੈ ਸਾਡੇ ਕੋਲ ਹਨਾ। ਤਾਂ ਪੰਚਸ਼ੀਲ ਸਮਝੌਤਾ ਬੇਟਾ, ਸਭ ਤੋਂ ਪਹਿਲਾਂ ਤਾਂ ਪੰਚਸ਼ੀਲ ਸਮਝੌਤਾ ਸੀ ਜਿਹੜਾ ਨਾਮ ਤੋਂ ਹੀ ਕਲੀਅਰ, ਪੰਚ ਮਤਲਬ ਪੰਜ, ਠੀਕ ਹੈ, ਸ਼ੀਲ ਮਤਲਬ ਸਿਧਾਂਤ। ਤਾਂ ਪੰਜ ਸਿਧਾਂਤਾਂ ਤੇ ਆਧਾਰਿਤ ਸੀਗਾ। ਇਹ ਪੰਜ ਸਿਧਾਂਤ ਕਿਹੜੇ ਦੇਸ਼ਾਂ ਦੇ ਵਿਚਕਾਰ ਹੋਏ ਸੀਗੇ? ਤਾਂ ਪੰਜ ਸਿਧਾਂਤ ਹੋਏ ਸੀਗੇ ਭਾਰਤ ਤੇ ਚੀਨ ਦੇ ਵਿਚਕਾਰ। ਅਸਲ ਦੇ ਵਿੱਚ ਪੰਚਸ਼ੀਲ ਸਮਝੌਤਾ ਸੀ ਜਿਹੜਾ ਭਾਰਤ ਤੇ ਚੀਨ ਦੇ ਵਿਚਕਾਰ ਹੀ ਹੋਇਆ ਸੀ। ਕਦੋਂ ਹੋਇਆ ਸੀ? 29 ਅਪ੍ਰੈਲ 1954। ਇੱਥੇ ਧਿਆਨ ਦੇ ਵਿੱਚ ਰੱਖਿਓ, ਕਈ ਵਾਰ ਤੁਹਾਨੂੰ 29 ਅਪ੍ਰੈਲ ਨਹੀਂ ਦਿੱਤੀ ਹੁੰਦੀ ਤਾਂ ਤੁਹਾਨੂੰ 28 ਅਪ੍ਰੈਲ ਵੀ ਦਿੱਤਾ ਹੋ ਸਕਦਾ, ਠੀਕ ਹੈ। ਕਾਫੀ ਕੰਟੈਂਟ ਐਵੇਂ ਦੇ ਨੇ ਜਿੱਥੇ 28 ਅਪ੍ਰੈਲ ਦਿੱਤਾ ਹੁੰਦਾ, ਬਟ 29 ਅਪ੍ਰੈਲ 1954 ਨੂੰ ਜਿਹੜਾ ਇਹ ਸਮਝੌਤਾ ਹੋਇਆ ਸੀ, ਕਿਹਦੇ ਬਿਟਵੀਨ ਹੋਇਆ ਸੀ? ਭਾਰਤ, ਠੀਕ ਹੈ, ਤੇ ਚੀਨ, ਦੋਨਾਂ ਦੇ ਜਿਹੜੇ ਪੀਐਮ ਸੀ ਉਹਨਾਂ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਭਾਰਤ ਦੇ ਉਸ ਟਾਈਮ ਤੇ ਪੀਐਮ ਪ੍ਰਧਾਨ ਮੰਤਰੀ ਕੌਣ ਸੀ? ਜਵਾਹਰ ਲਾਲ ਨਹਿਰੂ, ਠੀਕ ਹੈ। ਤੇ ਚੀਨ ਦੇ ਉਸ ਟਾਈਮ ਤੇ ਪੀਐਮ ਕੌਣ ਸੀਗੇ ਜੀ? ਚਾਓ ਐਨ ਲਾਈ, ਠੀਕ ਹੈ ਜੀ, ਚਾਓ ਐਨ ਲਾਈ, ਚਾਓ ਐਨ ਲਾਈ। ਤਾਂ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਸੀ ਇਹ ਸਮਝੌਤਾ ਹੋਇਆ ਸੀ, ਜਿਹਦੇ ਚ ਪੰਜ ਸਿਧਾਂਤ ਡਿਸਕਸ ਕੀਤੇ ਗਏ ਸੀ। ਪੰਜ ਸਿਧਾਂਤ ਕਿਹੜੇ ਸੀਗੇ? ਕਿ ਜਿਹੜੇ ਸਾਡੇ ਦੇਸ਼ ਹੈਗੇ ਨੇ, ਦੋਨੋਂ ਦੇਸ਼ ਹੈਗੇ ਨੇ, ਆਪਣੀ ਪ੍ਰਦੇਸ਼ਿਕ ਅਖੰਡਤਾ ਤੇ ਪ੍ਰਭੂਸੱਤਾ, ਜਾਨੀ ਕਿ ਆਪਾਂ ਕਹੀਏ ਜੋ ਸਾਡੀ ਸਵਰਜਨਿਟੀ ਹੈਗੀ ਆ, ਇੰਟੀਗ੍ਰਿਟੀ ਹੈਗੀ ਆ, ਉਹਦਾ ਉਹ ਸਤਿਕਾਰ ਕਰਨਗੇ। ਦੂਜਾ ਹੈਗਾ ਕਿ ਉਹ ਇੱਕ ਦੂਜੇ ਦੇ ਰਾਜਾਂ ਦੇ ਉੱਪਰ ਕਦੇ ਵੀ ਹਮਲਾ ਨਹੀਂ ਕਰਨਗੇ, ਠੀਕ ਹੈ। ਦੂਜਾ, ਇੱਕ ਦੂਜੇ ਦੇ ਰਾਜਾਂ ਦੇ ਉੱਪਰ ਚੀਨ ਤੇ ਭਾਰਤ ਹਮਲਾ ਨਹੀਂ ਕਰੂਗਾ।
ਤੀਜਾ ਜੀ ਇਹਦੇ ਚ ਸੀਗਾ ਕਿ ਭਾਰਤ ਤੇ ਚੀਨ ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ 'ਚ ਕੋਈ ਦਖਲ ਨਹੀਂ ਦੇਣਗੇ। ਚੌਥਾ ਸੀਗਾ ਸਾਡੇ ਕੋਲ ਕਿ ਸਾਰੇ ਜਿਹੜੇ ਦੇਸ਼ਾਂ ਦੀ ਹੈਗੀ ਉਹ ਸਮਾਨਤਾ ਸਵੀਕਾਰ ਕੀਤੀ ਜਾਊਗੀ ਤੇ ਸਾਂਝੇ ਹਿੱਤਾਂ ਦੇ ਲਈ ਸੰਯੋਗ ਦਿੱਤਾ ਜਾਊਗਾ। ਠੀਕ ਹੈ, ਮਿਊਚੁਅਲ ਕਾਰਪੋਰੇਸ਼ਨ ਕੋਐਗਜ਼ਿਸਟੈਂਸ ਆ ਜਿਹੜੀ ਉਹ ਸਥਾਪਿਤ ਕੀਤੀ ਜਾਊਗੀ। ਤੇ ਫਿਫਥ ਐਂਡ ਲਾਸਟ ਸੀਗਾ ਸਾਡੇ ਕੋਲ ਕਿ ਸ਼ਾਂਤਮਈ ਜਿਹੜੀ ਹੈਗੀ ਆ ਸਹਿਹੋਂਦ ਦੇ ਸਿਧਾਂਤ ਨੂੰ ਅਪਣਾਇਆ ਜਾਊਗਾ। ਪੀਸਫੁਲ ਕੋਐਗਜ਼ਿਸਟੈਂਸ ਵੀ ਆ ਜਿਹੜੀ ਉਹ ਕੰਟੀਨਿਊ ਕੀਤੀ ਜਾਊਗੀ। ਤੇ 5 ਸਿਧਾਂਤ ਸੀਗੇ, ਤੁਹਾਡੇ ਕਲਾਸ ਦੇ ਵਿੱਚ ਸਭ ਕੁਝ ਮੇਰੇ ਨਾਲ ਹੋ ਚੁੱਕਿਆ ਇਹਦੇ ਨਾਲ ਰਿਗਾਰਡਿੰਗ, ਹੈ ਨਾ। ਤਾਂ ਪੰਜਸ਼ੀਲ ਸਮਝੌਤਾ ਸਾਡਾ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਹੋਇਆ ਸੀ ਜੀ? ਭਾਰਤ ਤੇ ਚੀਨ। ਠੀਕ ਹੈ, ਦੈਨ ਨੈਕਸਟ ਕੁਐਸਚਨ ਮੈਂ ਆਲਰੇਡੀ ਵੈਸੇ ਕਰਾ ਹੀ ਚੁੱਕੀ ਹਾਂ ਤੁਹਾਨੂੰ ਕਿ ਹੋਇਆ ਕਦੋਂ, ਇਹ ਡੇਟ ਹੀ ਪੁੱਛੀ ਗਈ ਆ ਕਿ ਪੰਜਸ਼ੀਲ ਸਮਝੌਤਾ ਕਦੋਂ ਹੋਇਆ। ਤਾਂ ਪੰਜਸ਼ੀਲ ਸਮਝੌਤਾ ਸਾਡਾ ਕਦੋਂ ਹੋਇਆ ਸੀ ਜੀ? 29 ਅਪ੍ਰੈਲ 1954 ਨੂੰ। ਤਾਂ 1954 ਨੂੰ 29 ਅਪ੍ਰੈਲ 1954 ਨੂੰ ਇਹ ਸਮਝੌਤਾ ਹੋਇਆ ਸੀ। ਕਿੰਨਾ ਦੇ ਵਿਚਕਾਰ ਹੋਇਆ ਸੀ? ਭਾਰਤ ਤੇ ਚੀਨ ਦੇ ਵਿਚਕਾਰ। ਨੈਕਸਟ ਕੁਐਸਚਨ ਹੈ ਜੀ ਕਿਹੜਾ ਦੇਸ਼ ਸਾਰਕ ਗਠਨ ਦਾ ਹਿੱਸਾ ਨਹੀਂ ਹੈ? ਦੇਖੋ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਟਰਮ ਆਈ ਆ, ਕੀ ਆਈ ਹੈ? ਸਾਰਕ। ਸਾਰਕ ਹੈ ਕੀ? ਸਾਰਕ। ਸਾਰਕ ਜਿਹੜੀ ਹੈਗੀ ਹੈ ਫੁੱਲ ਫਾਰਮ ਕੀ ਆ? ਸਾਊਥ ਏਸ਼ੀਅਨ ਐਸੋਸੀਏਸ਼ਨ फॉर रीजनल कॉर्पोरेशन। फॉर आर मतलब रीजनल खेतरी कॉर्पोरेशन। ठीक है, कॉर्पोरेशन। तो साडे कोल की आ गया कि दखनी जेडे एशियाई संयोग आ खेतरी कॉर्पोरेशन दे लिए, है ना। तो की है साउथ एशियन एसोसीएशन फॉर रीजनल कॉर्पोरेशन की फुल फॉर्म भी अक्सर एग्जाम दे विच पूछी जाती है। तो साडे कोल जेडी सार्क सीगी मतलब कि सार्क की सीगी साउथ एशिया के देशों का एक गठन सीगा जिहदी फर्स्ट मीटिंग हुंदी है 8 दिसंबर नूं। किते किते इहदी तरीक भी 7 दिसंबर दित्ती हुंदी है बट एक्चुअल दे विच है 8 दिसंबर। 8 दिसंबर 1985 ਦੇ ਵਿੱਚ ਢਾਕਾ। ਠੀਕ ਹੈ, ਢਾਕਾ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਫਰਸਟ ਮੀਟਿੰਗ ਹੁੰਦੀ ਆ ਤੇ ਇਸ ਮੀਟਿੰਗ ਦੇ ਵਿੱਚ ਇਨੀਸ਼ੀਅਲੀ 7 ਦੇਸ਼ ਸ਼ਾਮਲ ਹੁੰਦੇ ਆ। ਵੈਸੇ ਇਹਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ 1947 ਈਸਵੀ ਦੇ ਵਿੱਚ ਹੀ ਸਾਡੇ ਕੋਲ ਇੱਕ ਏਸ਼ੀਅਨ ਕਾਨਫਰੰਸ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਾ ਚੁੱਕੀ ਹਾਂ, ਹਨਾ। ਉਦੋਂ ਤੋਂ ਇਹਦੀਆਂ ਐਫਰਟਸ ਸ਼ੁਰੂ ਹੋ ਜਾਂਦੀਆਂ ਨੇ। ਫਿਰ ਜਿਹੜੀਆਂ ਹੈਗੀਆਂ 1981 ਈਸਵੀ ਦੇ ਵਿੱਚ ਜੀਆ ਉਲ ਰਹਿਮਾਨ ਜਿਹੜੇ ਕਿ ਬੰਗਲਾਦੇਸ਼ ਦੇ ਰਾਸ਼ਟਰਪਤੀ ਸੀ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਨੇ ਤੇ ਅਲਟੀਮੇਟਲੀ 7 ਦੇਸ਼ ਆ ਜਿਹੜੇ ਉਹ ਇਕੱਠੇ ਹੁੰਦੇ ਨੇ 1985 ਈਸਵੀ ਦੇ ਵਿੱਚ ਇੱਕ ਸੰਗਠਨ ਦੇ ਹੇਠ ਜਿਹਨੂੰ ਅਸੀਂ ਆਖਦੇ ਹੈਗੇ ਆ ਸਾਰਕ। ਠੀਕ ਹੈ, ਸਾਰਕ ਜਿਹਨੇ ਹਰ ਇੱਕ ਪੱਖ ਦੇ ਵਿੱਚ ਜਿਹੜੇ ਆਪਣੇ ਜਿਹੜੇ ਦੇਸ਼ ਵਿੱਚ ਇਸ ਗਰੁੱਪ ਦੇ ਵਿੱਚ ਇਕੱਠੇ ਨੇ ਉਹਨਾਂ ਨੇ ਆਪਣੇ ਹਰ ਇੱਕ ਪੱਖ ਦੇ ਵਿੱਚ ਜਿਹੜਾ ਸੰਯੋਗ ਸਥਾਪਿਤ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦੀ ਇੱਕ ਇਹ ਆਰਗੇਨਾਈਜੇਸ਼ਨ ਆ। ਤਾਂ ਇਹਦੀ 8 ਦਸੰਬਰ 1985 ਨੂੰ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ 7 ਦੇਸ਼ ਸ਼ਾਮਲ ਹੁੰਦੇ ਆ ਤੇ ਲੇਟਰ ਔਨ ਜਿਹੜਾ ਹੈਗਾ 2007 ਦੇ ਵਿੱਚ ਇਹਦੇ ਚ ਇੱਕ ਹੋਰ ਦੇਸ਼ ਵੀ ਸ਼ਾਮਲ ਹੋ ਜਾਂਦਾ ਤੇ ਮੌਜੂਦਾ ਸਾਡੇ ਕੋਲ ਇਹਨਾਂ ਦੀ ਗਿਣਤੀ ਕਿੰਨੀ ਹੈਗੀ ਆ? 8। ਤਾਂ ਸਾਰਕ ਦੇ ਮੌਜੂਦਾ 8 ਦੇਸ਼ ਮੈਂਬਰ ਨੇ। ਠੀਕ ਹੈ, 2007 ਦੇ ਵਿੱਚ ਕਿਹੜਾ ਦੇਸ਼ ਵਿੱਚ ਸ਼ਾਮਲ ਹੁੰਦਾ? ਅਫਗਾਨਿਸਤਾਨ। ਇਹਨੂੰ ਧਿਆਨ ਦੇ ਵਿੱਚ ਰੱਖਿਓ, ਅਫਗਾਨਿਸਤਾਨ। ਠੀਕ ਹੈ, ਮੂਲ ਜਿਹੜੇ ਸਾਡੇ ਕੋਲੇ ਇਹਦੇ ਵਿੱਚ ਦੇਸ਼ ਹੈਗੇ ਨੇ ਇਨੀਸ਼ੀਅਲੀ ਜਿਹੜੇ ਦੇਸ਼ 7 ਸਾਡੇ ਕੋਲੇ ਚ ਸ਼ਾਮਲ ਸੀ ਉਹ ਸਾਡੇ ਗੁਆਂਢੀ ਦੇਸ਼ ਨੇ। ਪਹਿਲਾਂ ਤਾਂ ਅਸੀਂ ਖੁਦ ਆ ਗਏ ਭਾਰਤ। ਭਾਰਤ ਦਾ ਗੁਆਂਢੀ ਦੇਸ਼ ਕਿਹੜੇ ਕਿਹੜੇ ਨੇ? ਪਾਕਿਸਤਾਨ। ਠੀਕ ਹੈ, ਪਾਕਿਸਤਾਨ। ਹੁਣ ਅਫਗਾਨਿਸਤਾਨ ਵੀ ਹੈ ਤਾਂ ਅਫਗਾਨਿਸਤਾਨ ਵੀ ਇਹਦੇ ਚ ਐਡ ਹੋ ਜਾਊਗਾ ਪਰ ਇਨੀਸ਼ੀਅਲੀ ਜਿਹੜੇ 7 ਦੇਸ਼ ਸੀ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਸੀ। ਉਸ ਤੋਂ ਬਾਅਦ ਬੇਟਾ ਸਾਡੇ ਕੋਲ ਆ ਗਿਆ ਨੇਪਾਲ। ਠੀਕ ਹੈ, ਭੂਟਾਨ। ਠੀਕ ਹੈ, ਕਿੰਨੇ ਹੋ ਗਏ ਸਾਡੇ ਕੋਲ? 4 ਦੇਸ਼ ਇਹ ਹੋ ਗਏ, 3 ਰਹਿ ਗਏ ਮੂਲ ਦੇ ਵਿੱਚੋਂ। ਤਾਂ ਦੈਨ ਆਪਣੇ ਕੋਲ ਆ ਗਿਆ ਸ਼੍ਰੀਲੰਕਾ, ਸੌਰੀ ਇੱਕ ਰਹਿ ਗਿਆ ਬੰਗਲਾਦੇਸ਼, ਇਧਰਲੀ ਸਾਈਡ ਤੇ ਈਸਟ ਵਾਲੀ ਸਾਈਡ ਤੇ ਆਪਣੇ ਬੰਗਲਾਦੇਸ਼। ਠੀਕ ਹੈ, ਫਿਰ ਬਿਲਕੁਲ ਨੀਚੇ ਸਾਊਥ ਦੇ ਵਿੱਚ ਇੰਡੀਆ ਦੇ ਵਿੱਚ ਤੁਸੀਂ ਦੇਖੋ ਤਾਂ ਸਾਡੇ ਕੋਲ ਆ ਜਾਂਦੇ ਹੈਗੇ ਨੇ ਮਾਲਦੀਵ। ਟਾਪੂ ਦੇਸ਼ ਨੇ ਜਿਹੜੇ ਸਾਡੇ ਹਨਾ ਗੁਆਂਢੀ ਦੇਸ਼, ਮਾਲਦੀਵ ਤੇ ਸ਼੍ਰੀਲੰਕਾ। ਠੀਕ ਹੈ, ਮੂਲ ਸਾਡੇ ਕੋਲੇ 7 ਦੇਸ਼ ਸੀਗੇ ਤੇ ਉਸ ਤੋਂ ਬਾਅਦ ਆ ਜਿਹੜਾ 2007 ਦੇ ਵਿੱਚ ਇੱਕ ਹੋਰ ਦੇਸ਼ ਸ਼ਾਮਲ ਹੋ ਗਿਆ ਤੇ ਹੁਣ ਕਿੰਨੇ ਹੋ ਗਏ? 8। ਹੁਣ ਤੁਸੀਂ ਦੇਖੋ ਸਾਡੇ ਕੋਲ ਭਾਰਤ ਇਹਦਾ ਹਿੱਸਾ ਹੈ, ਅਫਗਾਨਿਸਤਾਨ ਇਹਦਾ ਹਿੱਸਾ ਹੈ, ਮਾਲਦੀਵ ਇਹਦਾ ਹਿੱਸਾ ਹੈ। ਤਾਂ ਇਟ ਮੀਨਸ ਜੋ ਸਾਨੂੰ ਕੁਐਸਚਨ ਪੁੱਛਿਆ ਗਿਆ ਕਿ ਕਿਹੜਾ ਦੇਸ਼ ਸਾਰਕ ਸੰਗਠਨ ਦਾ ਹਿੱਸਾ ਨਹੀਂ ਆ ਤਾਂ ਉਹ ਕਿਹੜਾ ਦੇਸ਼ ਹੈ ਜੀ? ਸਾਡੇ ਕੋਲ ਅਮਰੀਕਾ। ਅਮਰੀਕਾ ਜਿਹੜਾ ਹੈਗਾ ਉਹ ਸਾਰਕ ਸੰਗਠਨ ਦਾ ਹਿੱਸਾ ਨਹੀਂ ਆ। ਭਾਰਤ, ਅਫਗਾਨਿਸਤਾਨ, ਮਾਲਦੀਵ, ਠੀਕ ਹੈ, ਪਾਕਿਸਤਾਨ, ਪਾਕਿਸਤਾਨ ਹੋ ਗਿਆ, ਬੰਗਲਾਦੇਸ਼ ਹੋ ਗਿਆ, ਹਨਾ, ਬੰਗਲਾਦੇਸ਼ ਹੋ ਗਿਆ, ਸ਼੍ਰੀਲੰਕਾ ਹੋ ਗਿਆ ਸਾਡੇ ਕੋਲ ਨੇਪਾਲ ਹੋ ਗਿਆ। ਠੀਕ ਹੈ, ਸਾਡੇ ਕੋਲ ਭੂਟਾਨ ਹੋ ਗਿਆ ਤੇ ਸਾਰੇ ਦੇਸ਼ ਜਿਹੜੇ ਇਹਦੇ ਵਿੱਚ ਸ਼ਾਮਲ ਨੇ। ਕਲੀਅਰ? ਤਾਂ ਟੋਟਲ ਮੌਜੂਦਾ 8 ਦੇਸ਼। ਦੈਨ ਹੈ ਸਾਰਕ ਸੰਗਠਨ ਕਦੋਂ ਬਣਿਆ? ਆਲਰੇਡੀ ਹੈ ਨਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਹਦੀ ਫਰਸਟ ਮੀਟਿੰਗ ਹੁੰਦੀ ਆ
ਇਹ ਨਹੀਂ ਆ ਕਿ ਉਸ ਤੋਂ ਪਹਿਲਾਂ ਨਹੀਂ, ਉਸ ਤੋਂ ਪਹਿਲਾਂ ਵੀ ਮਤਲਬ ਕਾਫੀ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਐਫਰਟਸ ਹੁੰਦੀਆਂ ਨੇ ਜਿੱਥੇ ਇਹਦਾ ਨਾਮਕਰਨ ਹੁੰਦਾ ਜਾਂ ਆਪਾਂ ਕਿ ਕਾਫੀ ਕੁਝ ਹੁੰਦਾ ਨਾ ਸਾਰਕ ਦੇ ਗਠਨ ਦੇ ਵਿੱਚ। ਬਟ ਇਹਦੀ ਫਰਸਟ ਮੀਟਿੰਗ ਸੀਗੀ ਜਿਹੜੀ ਉਹ 8 ਦਸੰਬਰ 1985 ਨੂੰ ਹੁੰਦੀ ਆ ਤੇ ਉਦੋਂ ਤੋਂ ਹੀ ਅਸੀਂ ਇਹਦਾ ਗਠਨ ਹੋਇਆ ਮੰਨਦੇ ਆ। ਤੇ 1985 ਈਸਵੀ ਦੇ ਵਿੱਚ ਇਹਦਾ ਗਠਨ ਹੋਇਆ। ਠੀਕ ਹੈ ਜੀ। ਦੈਨ ਆ ਜਾਂਦਾ ਬੇਟਾ ਨੈਕਸਟ ਕੁਐਸਚਨ ਆਪਣੇ ਕੋਲ ਕਿ ਗੁੱਟ ਨਿਰਲੇਪਤਾ ਦਾ ਪਹਿਲਾ ਸੰਮੇਲਨ ਕਿੱਥੇ ਹੋਇਆ। ਸਭ ਤੋਂ ਪਹਿਲਾਂ ਬੇਟਾ ਗੁੱਟ ਨਿਰਲੇਪ ਕੀ ਹੈ, ਠੀਕ ਹੈ, ਜਿਹਨੂੰ ਅਸੀਂ ਆਖਦੇ ਹੈਗੇ ਆ ਨੌਨ ਅਲਾਈਨਡ ਮੂਵਮੈਂਟ। ਗੁੱਟ ਨਿਰਲੇਪਤਾ ਦਾ ਮਤਲਬ ਕੀ ਹੈਗਾ, ਨੌਨ ਅਲਾਈਨਡ ਮੂਵਮੈਂਟ। ਠੀਕ ਹੈ, ਮੂਵਮੈਂਟ। ਇਸ ਮੂਵਮੈਂਟ ਦੇ ਵਿੱਚ ਵੀ ਜਿਹੜਾ ਪ੍ਰਮੁੱਖ ਯੋਗਦਾਨ ਰਿਹਾ ਉਹ ਭਾਰਤ ਦਾ ਰਿਹਾ। ਠੀਕ ਹੈ, ਦੇਖੋ ਜਿਹੜੀ ਗੁੱਟ ਨਿਰਲੇਪਤਾ ਹੈਗੀ ਇਹਦਾ ਮਤਲਬ ਹੈਗਾ ਸਾਡੇ ਕੋਲ ਨਾ ਅਸਲ ਦੇ ਵਿੱਚ ਮੈਂ ਵੈਸੇ ਤੁਹਾਨੂੰ ਕਲਾਸ ਦੇ ਵਿੱਚ ਵੀ ਕਰਵਾ ਚੁੱਕੀ ਹਾਂ ਕਿ ਸੈਕੰਡ ਵਰਲਡ ਵਾਰ ਹੁੰਦੀ ਆ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਸਾਡਾ ਦੇਸ਼ ਦੋ ਹਿੱਸਿਆਂ ਦੇ ਵਿੱਚ, ਦੋ ਪਾਵਰ ਬਲਾਕਸ ਦੇ ਵਿੱਚ ਵੰਡਿਆ ਜਾਂਦਾ ਹੈ ਨਾ। ਇੱਕ ਪਾਵਰ ਬਲਾਕ ਹੁੰਦੀ ਆ ਮੇਜਰ ਸਾਡੇ ਕੋਲ ਅਮਰੀਕਾ, ਠੀਕ ਹੈ, ਤੇ ਦੂਜਾ ਸਾਡੇ ਕੋਲ ਹੁੰਦਾ USSR ਸੋਵੀਅਤ ਸੰਘ ਹੈ ਨਾ, ਜਿਹੜਾ ਸੋਵੀਅਤ ਹੈਗਾ ਸਾਡੇ ਕੋਲ ਰਸ਼ੀਆ ਵਾਲਾ, ਸੋਵੀਅਤ ਰਸ਼ੀਆ ਵਾਲਾ ਜੋ ਏਰੀਆ ਸੀ, ਦੋਨਾਂ ਦਾ ਜਿਹੜਾ ਗਰੁੱਪ ਬਣ ਜਾਂਦਾ। ਕਈ ਦੇਸ਼ ਇਹਦੇ 'ਚ ਸ਼ਾਮਲ ਹੋਣ ਲੱਗ ਜਾਂਦੇ ਆ, ਕਈ ਦੇਸ਼ ਇਹਦੇ 'ਚ ਸ਼ਾਮਲ ਹੋਣ ਲੱਗ ਜਾਂਦੇ ਆ। ਦੋਵੇਂ ਦੇਸ਼ ਆ ਜਿਹੜੀਆਂ ਆਪਣੀਆਂ ਸੈਨਿਕ ਸ਼ਕਤੀਆਂ ਵੀ ਸਟਰੋਂਗ ਕਰਨ ਲੱਗ ਜਾਂਦੇ ਆ ਹਨਾ। ਤਾਂ ਫਿਰ ਇਹੋ ਜੀ ਕੰਡੀਸ਼ਨ ਦੇ ਵਿੱਚ ਭਾਰਤ ਵਰਗੇ ਦੇਸ਼ ਜਾਂ ਆਪਾਂ ਕਹੀਏ ਮਿਸਰ ਵਰਗੇ ਦੇਸ਼, ਯੂਗੋਸਲਾਵੀਆ ਵਰਗੇ ਦੇਸ਼ ਹਨਾ, ਕਾਫੀ ਇਸ ਤਰ੍ਹਾਂ ਦੇ ਦੇਸ਼ ਸੀਗੇ ਜਿਨ੍ਹਾਂ ਨੇ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਦੋਨਾਂ ਗਰੁੱਪਾਂ ਤੋਂ ਅਲੱਗ ਰਹਿ ਕੇ ਆਪਣੀ ਇੱਕ ਸਟਰੋਂਗ ਵਿਦੇਸ਼ ਨੀਤੀ ਸੀਗੀ ਜਿਹੜੀ ਉਹ ਹਨਾ ਪੇਸ਼ ਕੀਤੀ। ਮਤਲਬ ਆਪਾਂ ਸਿੰਪਲ ਇਹ ਕਹੀਏ ਕਿ ਕਿਸੇ ਵੀ ਗੁੱਟ ਦੇ ਵਿੱਚ ਨਾ ਸ਼ਾਮਲ ਹੋ ਕੇ ਹਨਾ ਆਪਣਾ ਇੱਕ ਸੁਤੰਤਰ ਜਿਹੜਾ ਵਿਦੇਸ਼ ਨੀਤੀ ਨੂੰ ਬਣਾਉਣ ਦੀ ਜੋ ਇਹ ਪਾਲਿਸੀ ਸੀਗੀ ਉਹ ਸੀਗੀ ਨੌਨ ਅਲਾਈਨਡ ਮੂਵਮੈਂਟ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਫਰਸਟ ਸੰਮੇਲਨ ਹੈ, ਫਰਸਟ ਸੰਮੇਲਨ ਇਹਦਾ ਕਿੱਥੇ ਹੋਇਆ ਸੀਗਾ, ਸਾਡੇ ਕੋਲ ਬੈਲਗ੍ਰੇਡ ਦੇ ਵਿੱਚ। ਠੀਕ ਹੈ, ਤਾਂ ਇੱਥੋਂ ਹੀ ਤੁਹਾਡਾ ਪਹਿਲਾ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ ਕਿ ਗੁੱਟ ਨਿਰਲੇਪਤਾ ਦਾ ਪਹਿਲਾ ਸੰਮੇਲਨ ਕਿੱਥੇ ਹੋਇਆ, ਬੈਲਗ੍ਰੇਡ ਦੇ ਵਿੱਚ ਹੋਇਆ। ਬੈਲਗ੍ਰੇਡ ਕਿੱਥੇ ਹੈ ਜੀ, ਯੂਗੋਸਲਾਵੀਆ। ਠੀਕ ਹੈ, ਯੂਗੋਸਲਾਵੀਆ ਦੇ ਵਿੱਚ ਇਹਦਾ ਪਹਿਲਾ ਸੰਮੇਲਨ ਹੁੰਦਾ। ਕਿੰਨੀ ਤਰੀਕ ਨੂੰ ਹੁੰਦਾ, ਅਸਲ ਦੇ ਵਿੱਚ ਇਹ ਫਾਊਂਡ ਵੀ ਉਦੋਂ ਹੀ ਹੋਈ ਜਦੋਂ ਇਹਦਾ ਸੰਮੇਲਨ ਹੋਇਆ। ਠੀਕ ਹੈ, ਫਾਊਂਡ ਵੀ ਉਦੋਂ ਤੋਂ ਹੀ ਹੋਈ ਮੰਨੀ ਜਾਂਦੀ ਹੈ। ਤੇ ਇਹਦਾ ਸੰਮੇਲਨ ਫਰਸਟ ਹੋਇਆ ਸੀ ਬੈਲਗ੍ਰੇਡ ਯੂਗੋਸਲਾਵੀਆ ਦੇ ਵਿੱਚ ਕਿੰਨੀ ਤਰੀਕ ਨੂੰ, 1 ਸਤੰਬਰ। ਠੀਕ ਹੈ, 1 ਸਤੰਬਰ 1961 ਨੂੰ, 1 ਸਤੰਬਰ 1961 ਨੂੰ ਇਹਦਾ ਸੰਮੇਲਨ ਹੋਇਆ ਸੀ ਫਰਸਟ। ਠੀਕ ਹੈ, ਜਿਹਦੇ ਵਿੱਚ ਸਾਡੇ ਜਿਹੜੇ ਟੋਟਲ ਸੀਗੇ 25 ਦੇਸ਼ ਤੇ 3 ਪ੍ਰਮੁੱਖ ਲੀਡਰਾਂ ਨੇ ਹਿੱਸਾ ਲਿਆ ਸੀ। ਜਿਹੜੇ ਇਹਦੇ ਫਾਊਂਡਰ ਦੇਸ਼ ਮੰਨੇ ਜਾਂਦੇ ਨੇ ਉਹ ਪ੍ਰਮੁੱਖ 3 ਨੇ, ਵੈਸੇ ਟੋਟਲ 5 ਨੇ ਜਿਨ੍ਹਾਂ ਨੇ ਬਡੂੰਗ ਕਾਨਫਰੰਸ ਹੁੰਦੀ ਹੈ ਇਹਦੇ ਬਣਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਬਡੂੰਗ ਕਾਨਫਰੰਸ ਦਾ 1955 ਦੀ ਬਡੂੰਗ ਕਾਨਫਰੰਸ ਆਪਣੇ ਆਪ ਵਿੱਚ ਇੰਪੋਰਟੈਂਟ ਆ ਹਨਾ, ਤੁਹਾਡਾ ਕਲਾਸ ਦੇ ਵਿੱਚ ਸਭ ਹੋ ਚੁੱਕਿਆ, ਉੱਤੇ ਮੈਂ ਟਾਈਮ ਵੇਸਟ ਨਹੀਂ ਕਰੂੰਗੀ। ਤਾਂ ਇਹਦੇ ਵਿੱਚ 3 ਦੇਸ਼ਾਂ ਨੇ, ਭਾਰਤ ਦੇ ਹਨਾ PM ਨੇ, ਮਿਸਰ ਦਾ ਜਿਹੜਾ ਰਾਸ਼ਟਰਪਤੀ ਸੀ ਉਹਨੇ ਕਾਫੀ ਯੋਗਦਾਨ ਪਾਇਆ ਇਹਨੂੰ ਬਣਾਉਣ ਦੇ ਵਿੱਚ। ਠੀਕ ਹੈ, ਤੇ ਨਾਲ ਹੀ ਸਾਡੇ ਕੋਲ ਜਿਹੜੇ ਟੀਟੋ ਸੀਗੇ ਇਹਨਾਂ ਨੇ ਵੀ ਕਾਫੀ ਯੋਗਦਾਨ ਪਾਇਆ ਨਾ। ਯੂਗੋਸਲਾਵੀਆ ਦੇ ਰਾਸ਼ਟਰਪਤੀ ਸੀ ਜਿਨ੍ਹਾਂ ਦਾ ਯੋਗਦਾਨ ਇਹਦੇ ਵਿੱਚ ਪ੍ਰਮੁੱਖ ਰਿਹਾ। ਤਾਂ ਤਿੰਨੋਂ ਇਹ ਪਰਸਨ ਦੇ ਨਾਮ ਅਕਸਰ ਪੁੱਛ ਲਏ ਜਾਂਦੇ ਆ। ਤਾਂ ਭਾਰਤ ਦੇ ਕੌਣ ਸੀ, ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੇ ਇਹਦੇ ਗਠਨ ਦੇ ਵਿੱਚ ਇਹਦੇ ਬਣਨ ਦੇ ਵਿੱਚ ਯੋਗਦਾਨ ਪਾਇਆ। ਮਿਸਰ ਤੋਂ ਯਾਦ ਰੱਖ ਲਿਓ ਨੇਸਰ। ਠੀਕ ਹੈ, ਮਿਸਰ ਦੇ ਕੌਣ ਨੇ, ਨੇਸਰ। ਜੇ ਫੁੱਲ ਨਾਮ ਪੁੱਛ ਲੈਣ ਤਾਂ ਉਹ ਕੌਣ ਹੈਗਾ, ਗਮਲ ਅਬਦੇਲ ਨੇਸਰ। ਠੀਕ ਹੈ, ਯੂਗੋਸਲਾਵੀਆ ਦੇ ਸੀਗੇ ਜਿਹੜੇ ਸਾਡੇ ਕੋਲ, ਯੂਗੋਸਲਾਵੀਆ ਦੇ ਵਿੱਚ ਜਿਹੜਾ ਪਰਸਨ ਸਾਡੇ ਕੋਲ ਆ ਜਾਂਦਾ ਹੈਗਾ ਉਹ ਕੌਣ ਹੈ ਜੀ, ਜੋਸਫ ਬਰੋਜ਼ ਟੀਟੋ ਯਾਦ ਰੱਖ ਲਿਓ, ਟੀਟੋ। ਠੀਕ ਹੈ, ਟੀਟੋ। ਤਾਂ ਇਹ 3 ਪਰਸਨ ਇੰਪੋਰਟੈਂਟ ਨੇ। ਇਸ ਤੋਂ ਬਿਨਾਂ 2 ਹੋਰ ਦੇਸ਼ ਵੀ ਸੀ ਜਿਨ੍ਹਾਂ ਨੇ ਬਡੂੰਗ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਸੀਗਾ ਹਨਾ, ਇਹਦੇ ਬਣਨ ਦੇ ਵਿੱਚ ਆਪਣੇ ਵਿਚਾਰ ਦਿੱਤੇ ਸੀਗੇ। ਉਹ ਸੀਗਾ ਇੰਡੋਨੇਸ਼ੀਆ ਤੇ ਘਨਾ। ਬਟ ਉਹਨਾਂ ਨੇ ਜਿਹੜਾ ਫਾਈਨਲ ਜਦੋਂ 1961 ਦਾ ਸੰਮੇਲਨ ਹੁੰਦਾ ਤਾਂ ਉਹਦੇ ਚ ਯੋਗਦਾਨ ਨਹੀਂ ਦੇ ਪਾਉਂਦੇ। ਠੀਕ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਇਹਦੇ ਫਾਊਂਡਰ ਦੇਸ਼ਾਂ ਦੇ ਵਿੱਚ ਨਹੀਂ ਰੱਖਦੇ। ਤਾਂ ਗੁੱਟ ਨਿਰਲੇਪਤਾ ਦਾ ਜਿਹੜਾ ਪਹਿਲਾ ਸੰਮੇਲਨ ਹੁੰਦਾ ਉਹ ਕਦੋਂ ਹੁੰਦਾ, ਬੈਲਗ੍ਰੇਡ ਦੇ ਵਿੱਚ ਹੁੰਦਾ, 1961 ਈਸਵੀ ਦੇ ਵਿੱਚ ਹੁੰਦਾ। ਤਾਂ ਜਦੋਂ ਇਹ ਸੰਮੇਲਨ ਹੋਇਆ ਸੀ ਤਾਂ ਉਦੋਂ ਇਹਨਾਂ ਦੀ ਗਿਣਤੀ ਸੀਗੀ 25 ਜਿਹੜੇ ਦੇਸ਼ਾਂ ਨੇ ਵਿੱਚ ਭਾਗ ਲਿਆ ਸੀ, ਤੇ ਮੌਜੂਦਾ ਕਿੰਨੇ ਦੇਸ਼ ਇਹਦੇ ਮੈਂਬਰ ਨੇ, 120। ਠੀਕ ਹੈ ਜੀ। ਨੈਕਸਟ ਕੁਐਸਚਨ, ਭਾਰਤ ਦੀ ਆਜ਼ਾਦੀ ਤੋਂ ਪਿੱਛੋਂ ਕਿਹੜੇ 2 ਗੁੱਟਾਂ ਦੇ ਵਿੱਚ ਭਾਰਤ ਸੰਸਾਰ ਵੰਡਿਆ ਗਿਆ ਹਨਾ। ਤੁਸੀਂ ਇਹ ਕਹਿ ਸਕਦੇ ਹੋ, ਇੱਥੇ ਕੁਐਸਚਨ ਹੋ ਸਕਦਾ ਦੂਜਾ ਵਿਸ਼ਵ ਯੁੱਧ ਵੀ ਲਿਖਿਆ ਹੋ ਸਕਦਾ। ਤਾਂ ਭਾਰਤ ਦੀ ਆਜ਼ਾਦੀ ਜਦੋਂ ਹੁੰਦੀ ਹੈ ਮਤਲਬ 1947 ਹੈ ਨਾ, 1947 ਤੋਂ ਬਾਅਦ ਕਿਉਂਕਿ ਸਾਡਾ ਜਿਹੜਾ ਪਹਿਲਾ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ ਆ ਉਹ ਜਿਹੜਾ ਹੈ ਉਹ ਸਾਡੇ ਕੋਲ ਮਤਲਬ ਆਪਾਂ ਕਿ 39 ਤੋਂ 45 ਤੱਕ ਕੰਟੀਨਿਊ ਚੱਲਦਾ ਹਨ। ਤਾਂ ਉਸ ਤੋਂ ਬਾਅਦ ਹੀ ਸਾਡਾ ਭਾਰਤ ਵੀ ਆਜ਼ਾਦ ਹੁੰਦਾ, ਤੇ ਇਸ ਕਰਕੇ ਅਸੀਂ ਇਹਨੂੰ
ਕੋਰਲੇਟ ਕਰ ਜਾਂਦੇ ਆ ਇੱਥੇ, ठीक है। ਤਾਂ ਕਿਹੜੇ ਦੋ ਗੁੱਟਾਂ ਦੇ ਵਿੱਚ ਪੂਰਾ ਸੰਸਾਰ ਵੰਡਿਆ ਗਿਆ ਸੀ, ਮੈਂ ਆਲਰੇਡੀ ਦੱਸ ਚੁੱਕੀ ਹਾਂ। ਇੱਕ ਪਾਸੇ ਅਮਰੀਕਨ ਸੀਗੇ ਤੇ ਦੂਜੇ ਪਾਸੇ ਰਸ਼ੀਅਨ ਸੀ, USSR। ਤਾਂ ਇਹਨਾਂ ਦੋ ਸ਼ਕਤੀਆਂ ਦੇ ਵਿੱਚ ਸਾਡਾ ਪੂਰਾ ਦੇਸ਼ ਸੰਸਾਰ ਸੀ ਜਿਹੜਾ ਵੰਡਿਆ ਗਿਆ ਸੀ। ਇਹ ਦੋਨੋਂ ਮੇਜਰ ਪਾਵਰ ਬਲੌਕਸ ਸੀਗੀਆਂ ਜਿਹੜੇ ਸੰਸਾਰ ਦੇ ਵਿੱਚ ਬਣ ਗਏ ਸੀ। ਕੁਝ ਦੇਸ਼ ਇਹਦੇ ਵਿੱਚ ਸ਼ਾਮਲ ਹੋਣ ਲੱਗ ਗਏ ਸੀ, ਕੁਝ ਦੇਸ਼ ਇਹਦੇ ਵਿੱਚ ਸ਼ਾਮਲ ਹੋਣ ਲੱਗ ਗਏ ਸੀ। ਜਿਹੜੇ ਦੇਸ਼ਾਂ ਨੇ ਜਿਹੜੇ ਦੇਸ਼ ਇਹਨਾਂ ਦੋਨਾਂ ਦੇ ਸ਼ਾਮਲ ਨਹੀਂ ਸੀ ਹੋਏ ਹਨਾ, ਉਹਨਾਂ ਨੇ ਆਪਣੀ ਜਿਹੜੀ ਨॉन ਅਲਾਈਨਡ ਮੂਵਮੈਂਟ ਦੇ ਅੰਡਰ ਆਪ ਖੁਦ ਨੂੰ ਇਕੱਠਾ ਕਰ ਲਿਆ ਸੀ। ਗੁੱਟ ਨਿਰਲੇਪਤਾ ਦੀ ਨੀਤੀ ਬਣਾਉਣ ਦੇ ਵਿੱਚ ਕਿੰਨਾ ਦਾ ਯੋਗਦਾਨ ਹੈ, ਮੈਂ ਆਲਰੇਡੀ ਦੱਸ ਚੁੱਕੀ ਹਾਂ। ਨॉन ਅਲਾਈਨਡ ਮੂਵਮੈਂਟ ਬਣਾਉਣ ਦੇ ਵਿੱਚ ਜਵਾਹਰ ਲਾਲ ਨਹਿਰੂ ਜਿਹੜੇ ਕਿ PM ਸੀਗੇ ਕਾਦੇ ਇੰਡੀਆ ਦੇ, ਉਹਨਾਂ ਦਾ ਯੋਗਦਾਨ ਪ੍ਰਮੁੱਖ ਹੈ। ਤਿੰਨੋਂ ਫਾਊਂਡਰ ਮੰਨੇ ਜਾਂਦੇ ਨੇ ਤੇ, ठीक है। ਨੇਸਰ ਜਿਹੜੇ ਹੈਗੇ ਨੇ ਉਹ ਸੀਗੇ ਮਿਸਰ ਦੇ, ठीक है। ਤੇ ਟੀਟੋ, ਬ੍ਰੋਜ਼ ਟੀਟੋ, ठीक है। ਬ੍ਰੋਜ਼ ਟੀਟੋ ਕਿੱਥੋਂ ਦੇ ਸੀਗੇ? ਯੂਗੋਸਲਾਵੀਆ ਦੇ, ਯੂਗੋਸਲਾਵੀਆ। ਤਾਂ ਇਹ ਤਿੰਨੋਂ ਪਰਸਨ ਹੀ ਜਿਹੜੇ ਹੈਗੇ ਨੇ ਇੱਥੇ ਇੰਪੋਰਟੈਂਟ ਨੇ। ਤਿੰਨਾਂ ਦੇ ਨੇ ਹੀ ਇੱਕ ਤਰੀਕੇ ਨਾਲ ਇਸ ਪਾਲਿਸੀ ਨੂੰ ਪੈਦਾ ਕੀਤਾ ਸੀ, ਠੀਕ ਹੈ। ਜਿਹੜੀ ਸਾਡੀ ਗੁੱਟ ਨਿਰਲੇਪਤਾ ਦੀ ਨੀਤੀ ਸੀ ਪੈਦਾ ਕਰਨ ਵਾਲੇ ਹੀ ਇਹ ਦੇਸ਼ ਸੀ। ਦੈਨ ਬੇਟਾ ਆਪਣੇ ਕੋਲ ਨੈਕਸਟ ਕੁਐਸਚਨ ਆ ਜਾਂਦਾ ਹੈਗਾ UNO ਦੇ ਨਾਲ ਰਿਲੇਟਡ, ਕਿਉਂਕਿ ਜਦੋਂ ਫੋਰਨ ਪਾਲਿਸੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ UNO ਇੱਕ ਪ੍ਰਮੁੱਖ ਸੰਸਥਾ ਬਣ ਕੇ ਸਾਹਮਣੇ ਆਉਂਦੀ ਆ ਨਾ। ਤਾਂ UNO ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ UNO ਦੀ ਫਾਰਮੇਸ਼ਨ ਕਦੋਂ ਹੁੰਦੀ ਆ? 24 ਅਕਤੂਬਰ, ਤਰੀਕ ਬਿਲਕੁਲ ਨਹੀਂ ਭੁੱਲਣੀ, ਇਹ 1945 ਈਸਵੀ ਦੇ ਵਿੱਚ, ਠੀਕ ਹੈ। ਇਹਦੀ ਜਿਹੜੀ ਹੈਗੀ ਆ ਉਹ ਸ਼ੁਰੂਆਤ ਹੁੰਦੀ ਆ, ਬਣਦੀ ਆ ਇਹ, ਠੀਕ ਹੈ। ਇੱਥੇ ਇਹੀ ਜਿਹੜੀ ਤਰੀਕ ਹੈਗੀ ਇਹਨੂੰ ਅਸੀਂ UN ਡੇ ਦੇ ਤੌਰ ਤੇ ਵੀ ਸੈਲੀਬ੍ਰੇਟ ਕਰਦੇ ਹਾਂ। ਤੁਹਾਨੂੰ ਸ਼ਾਇਦ ਸਭ ਨੂੰ ਕਲੀਅਰ ਹੋਵੇ UN ਡੇ 24 ਅਕਤੂਬਰ ਨੂੰ ਹੀ ਸੈਲੀਬ੍ਰੇਟ ਕੀਤਾ ਜਾਂਦਾ ਤੇ ਐਸਟੈਬਲਿਸ਼ ਹੁੰਦੀ ਆ 24 ਅਕਤੂਬਰ 1945 ਨੂੰ। ਜਦੋਂ ਇਹ ਸ਼ੁਰੂਆਤ ਸੀਗੀ 1945 ਈਸਵੀ ਦੇ ਵਿੱਚ 51 ਦੇਸ਼ ਸ਼ਾਮਲ ਸੀਗੇ ਤੇ ਮੌਜੂਦਾ ਇਹਦੇ ਚ 193 ਦੇਸ਼ ਨੇ। ਇੱਥੇ ਸਾਡੇ ਕੋਲੇ ਪੁੱਛਿਆ ਗਿਆ ਕਿ ਇਹਦਾ ਹੈੱਡਕੁਆਟਰ ਕਿੱਥੇ ਹੈ, ਤਾਂ ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਇਹਦਾ ਹੈੱਡਕੁਆਟਰ ਕਿੱਥੇ ਹੈ ਜੀ? ਨਿਊਯਾਰਕ ਦੇ ਵਿੱਚ, ਠੀਕ ਹੈ। ਤਾਂ 24 ਅਕਤੂਬਰ 1945 ਨੂੰ ਬਣਦੀ ਹੈ ਤੇ ਇਹਦਾ ਜਿਹੜਾ ਮੇਨ ਸਕੱਤਰੇਟ ਜਾਂ ਆਪਾਂ ਕਹਿ ਦਈਏ ਕਿ ਇਹਦਾ ਜੋ ਹੈੱਡਕੁਆਟਰ ਹੈ ਉਹ ਕਿੱਥੇ ਹੈ? ਨਿਊਯਾਰਕ ਦੇ ਵਿੱਚ। ਨੈਕਸਟ ਕੁਐਸਚਨ ਆਪਣੇ ਕੋਲ ਆਲਰੇਡੀ ਕਰ ਚੁੱਕੇ ਹੋ ਤੁਸੀਂ। UN ਰਾਸ਼ਟਰ ਜਿਹੜਾ ਹੈ ਸੰਯੁਕਤ ਰਾਸ਼ਟਰ ਕਦੋਂ ਹੋਂਦ ਦੇ ਵਿੱਚ ਆਇਆ? ਤਾਂ ਆਪਾਂ ਆਲਰੇਡੀ ਕਰ ਲਿਆ, 24 ਅਕਤੂਬਰ 1945 ਨੂੰ ਹੋਂਦ ਦੇ ਵਿੱਚ ਆਇਆ ਸੀ ਤੇ ਹੈੱਡਕੁਆਟਰ ਇਹਦਾ ਕਿੱਥੇ ਹੈ ਜੀ? ਨਿਊਯਾਰਕ ਦੇ ਵਿੱਚ, ਠੀਕ ਹੈ। ਨੈਕਸਟ ਵੀ ਤੁਹਾਡਾ ਹੋ ਚੁੱਕਿਆ ਕਿ ਮੌਜੂਦਾ ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਆ? ਤਾਂ ਮੌਜੂਦਾ ਸੰਯੁਕਤ ਰਾਸ਼ਟਰ ਦੇ ਜਿਹੜੇ ਹੈਗੇ ਨੇ ਕਿੰਨੇ ਮੈਂਬਰ ਨੇ ਜੀ? 193 ਦੇਸ਼ ਇਹਦੇ ਮੈਂਬਰ ਨੇ ਮੌਜੂਦਾ, ਠੀਕ ਹੈ। ਅੱਜ ਦੀ ਤਰੀਕ ਦੇ ਵਿੱਚ 193 ਦੇਸ਼ ਮੈਂਬਰ ਨੇ। ਜਦੋਂ 1945 ਈਸਵੀ ਦੇ ਵਿੱਚ ਬਣੀ ਸੀ ਤਾਂ ਇਹਦੇ ਉੱਪਰ 51 ਦੇਸ਼ਾਂ ਨੇ ਸਾਈਨ ਕੀਤੇ ਸੀ, ਠੀਕ ਹੈ। ਤਾਂ ਇਸ ਕਰਕੇ 1945 ਈਸਵੀ ਦੇ ਸ਼ੁਰੂ ਦੇ ਵਿੱਚ ਜਿਹੜੀ 1945 ਦੇ ਵਿੱਚ ਸੀ ਇਹਦੇ 51 ਦੇਸ਼ ਮੈਂਬਰ ਸੀ ਤੇ ਹੁਣ ਕਿੰਨੇ ਨੇ? 193, ਠੀਕ ਹੈ। ਸੰਯੁਕਤ ਰਾਸ਼ਟਰ ਸੰਘ ਦੀ ਸੰਸਦ ਕਿਹੜਾ ਅੰਗ ਮੰਨਿਆ ਜਾਂਦਾ? UNO ਦੀ ਜਿਹੜੀ ਹੈ ਸੰਸਦ, ਅਸੀਂ ਪਾਰਲੀਮੈਂਟ ਕਿਹਨੂੰ ਆਖਦੇ ਹਾਂ, ਠੀਕ ਹੈ। UNO ਪਾਰਲੀਮੈਂਟ ਕਿਹਨੂੰ ਮੰਨਿਆ ਜਾਂਦਾ? ਤਾਂ UNO ਦੀ ਜਿਹੜੀ ਪਾਰਲੀਮੈਂਟ ਮੰਨੀ ਜਾਂਦੀ ਹੈ ਜੀ ਉਹ ਹੈ ਸਾਡੇ ਕੋਲ ਮਹਾਸਭਾ। ਤੁਹਾਨੂੰ ਸਭ ਨੂੰ ਕਲੀਅਰ ਹੋਏਗਾ ਕਿ ਸਾਡੇ ਕੋਲ ਜਿਹੜੇ ਹੈਗੇ ਨੇ 6 ਆਰਗਨ ਮੈਂ ਕਲਾਸ ਦੇ ਵਿੱਚ ਕਰਾ ਚੁੱਕੀ ਹਾਂ ਕਿ UNO ਦੇ ਤੁਹਾਡੇ ਕੋਲ 6 ਆਰਗਨਸ ਨੇ, ਠੀਕ ਹੈ। 6 ਆਰਗਨਸ ਨੇ ਸਾਡੇ ਕੋਲ। ਮਹਾਸਭਾ ਹੈਗੀ ਆ, ਠੀਕ ਹੈ। ਮੈਂ ਇੱਥੇ ਤੁਹਾਨੂੰ ਨੀਚੇ ਸ਼ੋ ਕਰ ਹੀ ਦਿੰਨੀ ਆ, 4 ਦਿੱਤੀਆਂ ਹੋਣਗੀਆਂ ਆਪਸ਼ਨਸ, ਹੈ ਨਾ। ਹਾਂ, ਤਾਂ ਸਾਡੇ ਕੋਲ ਸਭ ਤੋਂ ਪਹਿਲਾ ਜਿਹੜਾ ਆਰਗਨ ਹੈ ਉਹ ਹੈ ਮਹਾਸਭਾ, ਠੀਕ ਹੈ, ਜਿਹਨੂੰ ਅਸੀਂ ਆਖ ਦਿੰਨੇ ਹੈਗੇ ਆ ਜਨਰਲ ਅਸੈਂਬਲੀ। ਜਨਰਲ ਅਸੈਂਬਲੀ ਤੇ ਹੀ ਜਿਹੜੀ ਹੈਗੀ ਆ ਪਾਰਲੀਮੈਂਟ ਮੰਨੀ ਜਾਂਦੀ ਹੈ, ਠੀਕ ਹੈ। ਕਿਉਂਕਿ ਜਿੰਨੇ ਦੇਸ਼ ਹੋਣਗੇ ਉਹ ਸਾਰੇ ਦੇ ਸਾਰੇ ਦੇਸ਼ ਦਾ ਇੱਕ ਬੰਦਾ ਜਿਹੜਾ ਹੈਗਾ ਇਹਦਾ ਮੈਂਬਰ ਹੋਊਗਾ, ਠੀਕ ਹੈ। ਤਾਂ ਇਹਦਾ ਜਿੰਨੇ ਵੀ ਮੇਨ ਵਰਕ ਹੁੰਦੇ ਨੇ ਉਹ ਸਾਰੇ ਇਹਦੇ ਦੁਆਰਾ ਕੀਤੇ ਜਾਂਦੇ ਆ। ਮੈਂਬਰ ਚੁਣਨਾ ਹੋ ਗਿਆ, ਕਿਸ ਕੋਈ ਨਵੀਂ ਕੰਟਰੀ ਐਡ ਕਰਨੀ ਹੋਗੀ, ਉਹ ਸਾਰੇ ਜਿਹੜੇ ਫੈਸਲੇ ਹੈਗੇ ਆ ਇਹਦੇ ਦੁਆਰਾ ਹੀ ਲਏ ਜਾਂਦੇ ਆ। ਨੈਕਸਟ ਜਿਹੜੀ ਇਹਦੀ ਆਰਗਨ ਹੈ ਆਪਣੇ ਕੋਲ ਉਹ ਹੈ ਸਿਕਿਉਰਿਟੀ ਕਾਉਂਸਲ, ਜਿਹਦਾ ਰੀਸੈਂਟਲੀ ਭਾਰਤ ਅਸਥਾਈ ਜਿਹੜਾ ਹੈ ਮੈਂਬਰ ਬਣਿਆ ਨਾ। ਸਿਕਿਉਰਿਟੀ ਕਾਉਂਸਲ ਨੂੰ ਅਸੀਂ ਪੁਲਿਸਮੈਨ ਆਖਦੇ, ਜਿਵੇਂ ਜਨਰਲ ਅਸੈਂਬਲੀ ਸਾਡੇ ਕੋਲ ਪਾਰਲੀਮੈਂਟ ਆ ਨਾ, ਤੇ ਪੁਲਿਸਮੈਨ ਆਖੀ ਜਾਂਦੀ ਹੈ, ਪੁਲਿਸਮੈਨ ਆਫ ਦਾ ਵਰਲਡ, ਜਿਹਦਾ ਕੰਮ ਮੇਨ ਹੈਗਾ ਸੁਰੱਖਿਆ ਕਰਨਾ, ਠੀਕ ਹੈ। ਟੋਟਲ ਇਹਦੇ ਚ 15 ਮੈਂਬਰ ਹੁੰਦੇ ਆ, ਜਿਹਦੇ ਵਿੱਚੋਂ 5 ਮੈਂਬਰ ਆ ਜਿਹੜੇ ਸਾਡੇ ਕੋਲ ਸਥਾਈ ਦੇਸ਼ਾਂ ਦੇ ਮੈਂਬਰ ਨੇ। ਸਥਾਈ ਦੇਸ਼ ਮੈਂ ਅੱਗੇ ਜਾ ਕੇ ਦੱਸੂਗੀ ਕਿਹੜੇ ਕਿਹੜੇ ਨੇ। ਦੈਨ ਆਪਣੇ ਕੋਲ 10 ਮੈਂਬਰ ਜਿਹੜੇ ਹੈਗੇ ਨੇ ਉਹ 2-2 ਸਾਲ ਦੇ ਲਈ ਚੁਣੇ ਜਾਂਦੇ ਆ। ਜਿੰਨੇ ਸਾਡੇ ਕੋਲ ਮੈਂਬਰ ਦੇਸ਼ ਹੈਗੇ ਨੇ 193 ਦੇਸ਼ ਦੇ ਮੈਂਬਰ ਨੇ ਤੇ ਉਹਨਾਂ ਦੇ ਵਿੱਚੋਂ 5 ਤਾਂ ਸਥਾਈ ਨੇ, ਪੱਕੇ ਨੇ, ਠੀਕ ਹੈ। ਉਹ ਵੀ ਮੈਂ ਚਲੋ ਦੱਸ ਹੀ ਦਿੰਨੀ ਆ ਇੱਥੇ ਕਿਹੜੇ ਕਿਹੜੇ ਪੱਕੇ ਮੈਂਬਰ ਨੇ। ਤਾਂ 5 ਜਿਹੜੇ ਸਥਾਈ ਮੈਂਬਰ ਹੈਗੇ ਨੇ ਸਿਕਿਉਰਿਟੀ ਕਾਉਂਸਲ ਦੇ ਉਹ ਕੌਣ ਹੈਗੇ ਨੇ ਜੀ? ਆਪਣੇ ਕੋਲ ਫਰਾਂਸ ਆ ਗਿਆ, ਠੀਕ ਹੈ। US ਆ ਗਿਆ ਜਾਨੀ ਅਮਰੀਕਾ ਆ ਗਿਆ। ਦੈਨ UK ਆ ਗਿਆ ਜਾਨੀ ਕਿ ਇੰਗਲੈਂਡ ਆ ਗਿਆ, ਠੀਕ ਹੈ। ਦੈਨ ਆਪਣੇ ਕੋਲ ਚਾਈਨਾ ਆ ਗਿਆ, ਠੀਕ ਹੈ। ਦੈਨ ਆਪਣੇ ਕੋਲ ਆ ਗਿਆ ਰਸ਼ੀਆ।
ਇਹ ਤਾਂ 5 ਹੈਗੇ ਸਥਾਈ ਮੈਂਬਰ। ਇੱਥੇ ਜਿਹੜੇ ਦੇਸ਼ ਹੈਗੇ ਉਹ ਬਦਲਦੇ ਰਹਿੰਦੇ ਆ, ਠੀਕ ਹੈ। 10 ਦੇਸ਼ ਮੈਂਬਰ ਜਿਹੜੇ ਦੇਸ਼ ਹੈਗੇ ਉਹ ਹਰ 2 ਸਾਲਾਂ ਵਾਸਤੇ ਚੁਣੇ ਜਾਂਦੇ ਆ ਤੇ ਭਾਰਤ ਮੌਜੂਦਾ ਇਹਦਾ ਹਿੱਸਾ ਬਣਿਆ 2021 ਦੇ ਵਿੱਚ, ਠੀਕ ਹੈ। 2021 ਦੇ ਵਿੱਚ ਭਾਰਤ ਵੀ ਇਹਦਾ ਹਿੱਸਾ ਬਣਿਆ, ਠੀਕ ਹੈ। ਤੇ ਟੋਟਲ ਕਿੰਨੇ ਹੈਗੇ ਨੇ 15 ਮੈਂਬਰ ਇਹਦੇ ਸਾਡੇ ਕੋਲ ਨੇ, ਠੀਕ ਹੈ। ਦੈਨ ਟਰਸਟੀਸ਼ਿਪ ਪ੍ਰੀਸ਼ਦ ਦਾ ਟਰਸਟੀਸ਼ਿਪ ਕਾਉਂਸਲ ਵੀ ਇਹਦਾ ਹਿੱਸਾ ਹੈਗੀ ਆ, ਜਿਹੜੀ ਜਿਹਦੇ ਮੈਂਬਰ ਜਿਹੜੇ ਹੈਗੇ ਨੇ ਉਹ ਮਹਾਸਭਾ ਦੇ ਦੁਆਰਾ ਹੀ ਚੁਣੇ ਜਾਂਦੇ ਆ। ਮਾਨਤੀ ਦੇਸ਼ਾਂ ਨੂੰ ਇਹਦੇ ਅੰਡਰ ਰੱਖਿਆ ਜਾਂਦਾ। ਦੈਨ ਸਾਡੇ ਕੋਲ ਹੈਗੀ ਅੰਤਰਰਾਸ਼ਟਰੀ ਕੋਰਟ ਹੈ ਨਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਜਿਹਦਾ ਹੈਡਕੁਆਟਰ ਬਹੁਤ ਇੰਪੋਰਟੈਂਟ ਆ, ਕਿੱਥੇ ਆ? ਅੰਤਰਰਾਸ਼ਟਰੀ ਕੋਰਟ ਦਾ ਜਿਹੜਾ ਹੈਡਕੁਆਟਰ ਹੈ ਉਹ ਕਿੱਥੇ ਹੈ? ਹੇਗ ਦੇ ਵਿੱਚ ਆ, ਠੀਕ ਹੈ। ਕਿੰਨੇ ਜੱਜ ਹੁੰਦੇ ਆ ਇਹਦੇ ਇੰਟਰਨੈਸ਼ਨਲ ਜਸਟਿਸ ਆਫ ਕੋਰਟ ਦੇ? ਤਾਂ ਸਾਡੇ ਕੋਲ ਟੋਟਲ 15 ਜੱਜ ਇਹਦੇ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਦਾ ਕਾਰਜਕਾਲ ਹੁੰਦਾ 9 ਸਾਲ। ਕਲੀਅਰ? ਉਸ ਤੋਂ ਬਿਨਾਂ ਇਹ ਤਾਂ ਸੀਗੀਆਂ 4, ਟੋਟਲ 6 ਆਰਗਨਸ ਹੁੰਦੇ ਨੇ ਤੇ ਇੱਕ ਆਰਗਨ ਸਾਡੇ ਕੋਲ ਹੁੰਦਾ ਇਕੋਸੌਕ, ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਤੇ ਇੱਕ ਲਾਸਟ ਸਾਡੇ ਕੋਲ ਹੁੰਦਾ ਸਕੱਤਰੀਏਟ, ਠੀਕ ਹੈ। ਤਾਂ ਸਾਡੇ ਕੋਲ ਜਿਹੜਾ ਸਕੱਤਰੀਏਟ ਹੈ, ਠੀਕ ਹੈ, ਸਕੱਤਰੇਤ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਆਖ ਦਿੰਦੇ ਆ ਸਕੱਤਰੇਤ, ਠੀਕ ਹੈ। ਤਾਂ ਸਾਡੇ ਕੋਲ ਜਿਹੜੇ ਮੌਜੂਦਾ ਸਕੱਤਰੀਏਤ ਨੇ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਪੁੱਛ ਲਿਆ ਜਾਂਦਾ। ਪਹਿਲੇ ਸਕੱਤਰੀਏਤ ਸਾਡੇ ਕੋਲ ਕੌਣ ਸੀ? ਟ੍ਰਿਗਵੇਲੀ, ਠੀਕ ਹੈ, ਟ੍ਰਿਗਵੇਲੀ। ਤੇ ਮੌਜੂਦਾ ਸਾਡੇ ਕੋਲ ਕੌਣ ਹੈਗੇ ਨੇ? ਅੰਟੋਨੀਓ ਗੁਟੇਰਸ, ਠੀਕ ਹੈ, ਅੰਟੋਨੀਓ ਗੁਟੇਰਸ। ਕਲੀਅਰ? ਤੇ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਨਾ ਕੋਈ ਕੁਐਸਚਨ ਪੁੱਛਿਆ ਜਾ ਸਕਦਾ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, ਅੰਤਰਰਾਸ਼ਟਰੀ ਨਿਆਲਿਆ ਦਾ ਮੁੱਖ ਦਫ਼ਤਰ ਕਿੱਥੇ ਹੈ? ਮੈਂ ਆਲਰੇਡੀ ਦੱਸ ਚੁੱਕੀ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਪਣੇ ਕੋਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਠੀਕ ਹੈ। ਜਿੰਨੇ ਦੇਸ਼ ਇਹਦੇ ਮੈਂਬਰ ਹੈਗੇ ਨੇ ਉਹਨਾਂ ਸਾਰਿਆਂ ਦੇਸ਼ਾਂ ਦੇ ਲਈ ਜਿਹੜੀ ਸਭ ਤੋਂ ਵੱਡੀ ਸੰਸਾਰ ਦੇ ਵਿੱਚ ਅਦਾਲਤ ਹੈਗੀ ਉਹ ਇਹੀ ਆ, ਠੀਕ ਹੈ। ਜੇ 193 ਦੇਸ਼ ਮੈਂਬਰ ਨੇ ਤਾਂ ਉਹਨਾਂ ਦੀ ਇਹ ਸਾਂਝੀ ਜਿਹੜੀ ਇੱਕ ਜੇ ਉਹਨਾਂ ਦੇ ਆਪਸੀ ਕੋਈ ਝਗੜੇ ਆ ਤਾਂ ਉਹਨਾਂ ਨੂੰ ਸੋਲਵ ਕਰਨ ਦੇ ਲਈ ਅਦਾਲਤ ਦਾ ਰੋਲ ਇੰਪੋਰਟੈਂਟ ਆ। ਇਹਦਾ ਜਿਹੜਾ ਹੈਡਕੁਆਟਰ ਹੈ ਉਹ ਹੈ ਹੇਗ ਦੇ ਵਿੱਚ, ਤੇ ਹੇਗ ਕਿੱਥੇ ਹੈ? ਨੀਦਰਲੈਂਡ ਦੇ ਵਿੱਚ, ਠੀਕ ਹੈ। ਕਈ ਵਾਰ ਇਹ ਵੀ ਪੁੱਛ ਲੈਂਦੇ ਆ ਕਿ ਇਹਦੀ ਸਥਾਪਨਾ ਕਦੋਂ ਹੋਈ, ਕਿਉਂਕਿ ਬਾਕੀ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹ ਕਾਫੀ ਉਦੋਂ ਹੀ ਬਣ ਜਾਂਦੀ ਆ ਜਦੋਂ 1945 ਈਸਵੀ ਦੇ ਵਿੱਚ ਸਾਡੀ UNO ਬਣਦੀ ਆ, ਬਟ ਇਹ ਜਿਹੜੀ ਸੰਸਥਾ ਹੈਗੀ ਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ 1946 ਈਸਵੀ ਦੇ ਵਿੱਚ ਸਥਾਪਿਤ ਕੀਤੀ ਜਾਂਦੀ ਹੈ, ਠੀਕ ਹੈ। ਜਿਹਦੇ ਚ ਟੋਟਲ ਕਿੰਨੇ ਜੱਜ ਹੁੰਦੇ ਨੇ? ਟੋਟਲ 15 ਜੱਜ ਹੁੰਦੇ ਨੇ ਜਿਨ੍ਹਾਂ ਦਾ ਕਾਰਜਕਾਲ ਹੁੰਦਾ 9 ਸਾਲ, ਜਿਹਦੇ ਵਿੱਚੋਂ 3-3 ਸਾਲ ਦੇ ਬਾਅਦ ਆ ਜਿਹੜੇ ਕੁਝ ਪੋਰਸ਼ਨ ਇਹਨਾਂ ਦਾ ਰਿਟਾਇਰ ਹੁੰਦਾ ਰਹਿੰਦਾ, ਠੀਕ ਹੈ ਜੀ। ਦੈਨ ਆਪਣੇ ਕੋਲ ਨੈਕਸਟ ਕੁਐਸਚਨ ਹੈ, ਸੰਯੁਕਤ ਰਾਸ਼ਟਰ ਸੰਘ ਦਾ ਮੌਜੂਦਾ ਸਕੱਤਰ, ਹੈ ਨਾ, ਆਲਰੇਡੀ ਇਹ ਮੈਂ ਦੱਸ ਚੁੱਕੀ ਹਾਂ। ਤਾਂ ਦੋ ਕੌਣ ਸ਼ੁਰੂਆਤੀ ਕੌਣ ਸੀ ਤੇ ਹੁਣ ਕੌਣ ਹੈ? ਦੋਨੋਂ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ। ਤਾਂ ਸਕੱਤਰੀਏਟ ਜਿਹੜਾ ਹੈਗਾ ਉਹ ਇੱਕ ਮੁੱਖ ਆਪਾਂ ਕਹੀਏ ਆਰਗਨ ਹੈਗਾ UNO ਦਾ। ਬਸ UNO ਦਾ ਜਿਹੜਾ ਮਹਾ ਸਕੱਤਰ ਹੈ, ਮੌਜੂਦਾ ਮਹਾ ਸਕੱਤਰ ਹੈ, ਉਹ ਕੌਣ ਹੈਗੇ ਨੇ? ਅੰਟੋਨੀਓ ਗੁਟੇਰਸ, ਠੀਕ ਹੈ। ਤਾਂ ਅੰਟੋਨੀਓ ਗੁਟੇਰਸ ਨੇ, ਤੇ ਪਹਿਲੇ ਸੀਗੇ ਜਿਹੜੇ ਸਾਡੇ ਕੋਲ ਜੇ ਪੁੱਛ ਲੈਣ ਫਰਸਟ ਕੌਣ ਆ, ਤਾਂ ਫਰਸਟ ਕੌਣ ਹੈਗੇ ਨੇ? ਟ੍ਰਿਗਵੇਲੀ, ਠੀਕ ਹੈ। ਇਹ ਦੋਨੋਂ ਚੀਜ਼ਾਂ ਇੱਥੇ ਇੰਪੋਰਟੈਂਟ ਨੇ। ਨੈਕਸਟ ਕੁਐਸਚਨ ਆਪਣੇ ਕੋਲ, UNO ਨੇ ਕਦੋਂ ਮਨੁੱਖੀ ਅਧਿਕਾਰਾਂ ਦੀ ਜਿਹੜੀ ਸੀਗੀ ਉਹ ਮਨੁੱਖੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਣਾ, ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ, ਠੀਕ ਹੈ, UNO ਨੇ ਕਦੋਂ ਯੂਨੀਵਰਸਲ, ਜਿਹਨੂੰ ਅਸੀਂ ਆਖਦੇ ਆ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ, ਠੀਕ ਹੈ, ਮਨੁੱਖੀ ਅਧਿਕਾਰਾਂ ਦੀ ਜਿਹੜੀ ਸੀ ਘੋਸ਼ਣਾ ਉਹ ਕਦੋਂ ਕੀਤੀ? ਸਰਵਵਿਆਪੀ ਘੋਸ਼ਣਾ ਕਦੋਂ ਕੀਤੀ ਆ? ਤਾਂ ਤੁਹਾਨੂੰ ਪਤਾ ਹੋਊਗਾ ਕਿ ਅਸੀਂ ਹਿਊਮਨ ਰਾਈਟਸ ਡੇ ਕਦੋਂ ਮਨਾਉਂਦੇ ਹੈਗੇ ਆ? 10 ਦਸੰਬਰ ਨੂੰ। ਤੇ ਇਹਦਾ ਮਤਲਬ 10 ਦਸੰਬਰ ਤਾਂ ਡੈਫੀਨੇਟਲੀ ਹੈ, ਬਟ ਈਅਰ ਕਿਹੜਾ ਹੈ? 1948। ਤਾਂ ਇਹਦੀ ਜਿਹੜੀ ਘੋਸ਼ਣਾ ਕੀਤੀ ਗਈ ਸੀ UNO ਦੇ ਵੱਲੋਂ ਸੀਗੀ 10 ਦਸੰਬਰ 1948, ਠੀਕ ਹੈ। ਤੇ ਇਹਦੀ ਘੋਸ਼ਣਾ ਕਰਕੇ ਜਿਹੜਾ ਸੀਗਾ ਇਹ ਕਮਿਸ਼ਨ ਵੀ ਬਣਾਇਆ ਗਿਆ ਸੀ, UN ਹਿਊਮਨ ਰਾਈਟ ਕਮਿਸ਼ਨ, ਜਿਹਦਾ ਕਾਫੀ ਵਾਰ ਭਾਰਤ ਦਾ ਜਿਹੜਾ ਉਹ ਮੈਂਬਰ ਰਹਿ ਚੁੱਕਿਆ, ਠੀਕ ਹੈ ਜੀ। ਤਾਂ ਇਹ ਹਿਊਮਨ ਰਾਈਟਸ ਨੂੰ ਦੇਖਦੀ ਆ, ਹਿਊਮਨ ਜਿਹੜੇ ਮਨੁੱਖੀ ਅਧਿਕਾਰ ਹੈਗੇ ਆ ਉਹਨਾਂ ਦੇ ਉੱਪਰ ਕੰਸੈਂਟਰੇਟ ਮੇਨ ਕਰਦੀ ਹੈ। ਦੈਨ ਬੇਟਾ ਆਪਣੇ ਕੋਲ ਨੈਕਸਟ ਕੁਐਸਚਨ ਹੈਗਾ ਕਿ ਸੰਯੁਕਤ ਰਾਸ਼ਟਰ UNO ਦੀ ਮਹਾਸਭਾ ਯਾਨੀ ਕਿ ਜਨਰਲ ਅਸੈਂਬਲੀ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਚੁਣੀ ਗਈ ਸੀ? ਪਹਿਲੀ ਮਹਿਲਾ, ਕਿਉਂਕਿ ਜਨਰਲ ਅਸੈਂਬਲੀ ਦਾ ਚੇਅਰਮੈਨ ਹੋਊਗਾ, ਕੋਈ ਵੀ ਚੇਅਰਪਰਸਨ ਹੋਊਗਾ ਨਾ। ਤਾਂ ਇੱਥੇ ਇਹੀ ਗੱਲ ਆ ਕਿ ਪ੍ਰਧਾਨ ਮਤਲਬ ਇੱਥੋਂ ਦਾ ਜਿਹੜਾ ਚੇਅਰਪਰਸਨ ਆ ਉਹ ਕੌਣ ਚੁਣਿਆ ਗਿਆ ਸੀ ਤੇ ਉਹ ਪਹਿਲੀ ਮਹਿਲਾ ਕੌਣ ਸੀ, ਠੀਕ ਹੈ। ਪਹਿਲੀ ਮਹਿਲਾ ਕੌਣ ਸੀਗੀ? ਤਾਂ ਉਹ ਭਾਰਤੀ ਸੀ, ਇਸ ਕਰਕੇ ਕੁਐਸਚਨ ਬਹੁਤ ਇੰਪੋਰਟੈਂਟ ਹੋ ਜਾਂਦਾ। ਉਹ ਸੀਗੀ ਵਿਜੇ ਲక్ష్ਮੀ ਪੰਡਤ, ਠੀਕ ਹੈ, ਵਿਜੇ ਲక్ష్ਮੀ ਪੰਡਤ। ਇਸ ਤੋਂ ਬਿਨਾਂ ਸਾਡੇ ਕੋਲ ਇੱਕ ਨਾਂ ਇੱਥੇ ਪਿਆ ਲక్ష్మణ ਸਵਾਮੀ ਮੁਦਾਲੀਅਰ,
ਤਾਂ ਲਕਸ਼ਮਣ ਸਵਾਮੀ ਮੈਡਾਲੀਅਰ ਦਾ ਵੀ ਕੋਈ ਨਾ ਕੋਈ ਲਿੰਕ ਜਿਹੜਾ ਹੈਗਾ UNO ਦੇ ਨਾਲ ਜ਼ਰੂਰ ਰਿਹਾ ਹੋਊਗਾ। ਤਾਂ ਦੇਖੋ ਜਦੋਂ 1961 ਈਸਵੀ ਦੇ ਵਿੱਚ ਭਾਰਤ ਦੇ ਵਿੱਚ WHO ਏਜੰਸੀ ਆ, WHO ਏਜੰਸੀ ਆ ਸਾਡੇ ਕੋਲ ਸੰਯੁਕਤ ਰਾਸ਼ਟਰ ਦੀ, ਜਿਹਨੂੰ ਅਸੀਂ ਆਖਦੇ ਹੈਗੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ। ਠੀਕ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ। ਇਹਦਾ ਇੱਕ ਸੰਮੇਲਨ ਹੋਇਆ, ਕਿੱਥੇ ਹੋਇਆ? ਨਿਊ ਦਿੱਲੀ ਦੇ ਵਿੱਚ, ਨਵੀਂ ਦਿੱਲੀ ਦੇ ਵਿੱਚ ਸਾਡੇ ਸੰਮੇਲਨ ਹੋਇਆ ਸੀ। ਤੇ ਇੱਥੇ ਜਿਹੜਾ ਸੀਗਾ ਇਸ ਸੰਮੇਲਨ ਨੂੰ ਦੀ ਜਿਹੜੀ ਪ੍ਰਧਾਨਗੀ ਕੀਤੀ ਸੀਗੀ ਨਾ, ਉਹ ਪ੍ਰਧਾਨ ਕੌਣ ਸੀਗੇ ਸਾਡੇ ਕੋਲ? ਲਕਸ਼ਮਣ ਸਵਾਮੀ ਮੈਡਾਲੀਅਰ। ਠੀਕ ਹੈ, ਤੇ RS ਪਾਠਕ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅੰਤਰਰਾਸ਼ਟਰੀ ਜਿਹੜੀ ਨਿਆਲਿਆ ਹੈ ਸਾਡੇ ਕੋਲ ਹੈ ਨਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਜੱਜ ਰਹਿ ਚੁੱਕੇ ਨੇ RS ਪਾਠਕ। ਨੈਕਸਟ ਹੈ ਜੀ ਆਪਣੇ ਕੋਲ ਭਾਰਤ ਦੇ ਅਮਰੀਕਾ ਦੇ ਨਾਲ ਸੰਬੰਧ ਕਿਸ ਰਾਸ਼ਟਰਪਤੀ ਦੇ ਸਮੇਂ ਤੇ ਮਤਲਬ ਸਟਰੋਂਗ ਹੋਏ ਆ? ਉਸ ਤੋਂ ਪਹਿਲਾਂ ਜਿਹੜੇ ਸੀ ਬੇਟਾ ਜਿਹੜਾ ਅਮਰੀਕਾ ਸੀ ਉਹ ਕਾਫੀ ਜ਼ਿਆਦਾ ਪਾਕਿਸਤਾਨ ਦੀ ਸਾਈਡ ਦੇ ਉੱਪਰ ਜਾ ਰਿਹਾ ਸੀ, ਉਹਦੇ ਫੇਵਰ ਦੇ ਵਿੱਚ ਖੜਦਾ ਸੀ, ਬਟ ਕਲਿੰਟਨ ਦੇ ਟਾਈਮ ਤੇ ਜਿਹੜੇ ਸੰਬੰਧ ਸੀਗੇ ਉਹ ਭਾਰਤ ਤੇ ਅਮਰੀਕਾ ਦੇ ਸਟਰੋਂਗ ਹੋਣ ਲੱਗ ਗਏ ਸੀ। ਇਹ ਬੇਸਿਕ ਅਕੋਰਡਿੰਗ ਟੂ PSC ਵੀ ਹਨਾ ਕੁਐਸਚਨ ਆਏ ਤੁਹਾਡਾ। ਦੈਨ ਆਪਣੇ ਕੋਲ ਹੈ ਕਿਸ ਨੇ 1954 ਈਸਵੀ ਦੇ ਵਿੱਚ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਦਿੱਤਾ? ਦੇਖੋ 1954 ਈਸਵੀ ਦੇ ਵਿੱਚ ਹੋਇਆ ਕੀ ਸੀ ਸਾਡੇ ਕੋਲ? ਪੰਚਸ਼ੀਲ ਸਮਝੌਤਾ ਹਨਾ, 29 ਅਪ੍ਰੈਲ ਨੂੰ। ਤੇ ਦਿੱਲੀ ਦੇ ਵਿੱਚ ਸਾਡੇ ਕੋਲ ਇੱਕ ਪਰਸਨ ਆਇਆ ਸੀ ਹਨਾ, ਉਹ ਕੌਣ ਆਇਆ ਸੀਗਾ ਜੀ? ਚਾਈਨ लाई। ਤੁਹਾਨੂੰ ਪਤਾ ਹੀ ਹੋਊਗਾ ਚਾਈਨ लाई ਕੌਣ ਸੀਗਾ ਸਾਡੇ ਕੋਲ ਉਸ ਟਾਈਮ ਦਾ? PM ਚੀਨ ਦਾ ਪ੍ਰਧਾਨ ਮੰਤਰੀ। ਠੀਕ ਹੈ, ਤੇ ਇਹਦਾ ਮਤਲਬ ਜੇ ਪ੍ਰਧਾਨ ਮੰਤਰੀ ਇੱਥੇ ਆਇਆ ਹੋਊਗਾ ਤਾਂ ਨੈਚੁਰਲ ਆ ਫਿਰ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਇਹਨੇ ਹੀ ਦਿੱਤਾ ਹੋਊਗਾ। ਸਾਡੇ ਕੋਲ ਆਨਸਰ ਕੀ ਸੀਗਾ? ਚਾਈਨ लाई। ਠੀਕ ਹੈ, ਬੇਸ਼ੱਕ ਬਾਅਦ ਦੇ ਵਿੱਚ ਪੰਚਸ਼ੀਲ ਸਮਝੌਤਾ ਜਿਹੜਾ ਸੀਗਾ ਉਹ ਚੀਨ ਨੇ ਹੀ ਤੋੜਿਆ ਸੀ। ਤੁਹਾਨੂੰ ਪਤਾ ਕਿ 1962 ਈਸਵੀ ਦੇ ਵਿੱਚ ਚੀਨ ਭਾਰਤ ਦੇ ਉੱਪਰ ਹਮਲਾ ਕਰਦਾ ਹਨਾ, ਤੇ ਫਿਰ ਭਾਈ ਭਾਈ ਵਾਲਾ ਸਾਰਾ ਸਿਸਟਮ ਖਤਮ ਹੋ ਜਾਂਦਾ, ਬਟ ਫਿਰ ਵੀ ਇਹ ਨਾਰਾ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ ਭਾਰਤ ਚੀਨ ਯੁੱਧ ਕਦੋਂ ਹੋਇਆ? ਤਾਂ ਜਿਹੜਾ ਭਾਰਤ ਚੀਨ ਯੁੱਧ ਸੀਗਾ ਇਹ ਕਦੋਂ ਹੁੰਦਾ ਜੀ? 1962 ਈਸਵੀ ਦੇ ਵਿੱਚ। ਬੇਸਿਕਲੀ ਬੇਟਾ ਸਾਡੇ ਕੋਲ 3 ਯੁੱਧ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ, ਮਤਲਬ 2 ਯੁੱਧ ਖਾਸ ਕਰਕੇ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ। ਇੱਕ ਤਾਂ 1962 ਈਸਵੀ ਦੇ ਵਿੱਚ ਜਿਹੜਾ ਭਾਰਤ ਤੇ ਚੀਨ ਦਾ ਹੋਇਆ, ਜਿਹਨੂੰ ਅਸੀਂ ਇੰਡੋ ਚਾਈਨੀਜ਼ ਵਾਰ ਆਖ ਸਕਦੇ ਹਾਂ ਨਾ, ਇੰਡੋ ਚਾਈਨੀਜ਼ ਵਾਰ ਆਖ ਸਕਦੇ ਹਾਂ, ਕਿਉਂਕਿ ਇੱਥੋਂ ਵੀ ਰਿਲੇਸ਼ਨ ਬੁਰੀ ਤਰ੍ਹਾਂ ਖਰਾਬ ਹੋ ਗਏ ਸੀ। ਤੇ ਉਸ ਤੋਂ ਬਿਨਾਂ ਪਾਕਿਸਤਾਨ ਦੇ ਨਾਲ ਵੀ ਸਾਡੀ ਇੱਥੇ 65 ਦੇ ਵਿੱਚ ਵੀ ਇੱਕ ਲੜਾਈ ਹੋਈ ਆ, ਬਟ ਉਸ ਤੋਂ ਵੀ ਇੰਪੋਰਟੈਂਟ ਸਾਡੇ ਲਈ 1971 ਈਸਵੀ ਦਾ ਇੰਡੋ ਪਾਕ ਵਾਰ ਇੰਪੋਰਟੈਂਟ ਹੈ। ਦੋਨੋਂ ਤਰੀਕਾਂ, ਦੋਨੋਂ ਜਿਹੜੇ ਈਅਰ ਨੇ ਉਹ ਤੁਹਾਨੂੰ ਯਾਦ ਰੱਖਣੇ ਪੈਣਗੇ। 2 ਮੇਜਰ ਵਾਰ ਹੋਈਆਂ ਨੇ। ਠੀਕ ਹੈ, 1962 ਦੇ ਵਿੱਚ ਭਾਰਤ ਤੇ ਚੀਨ ਦੇ ਵਿਚਕਾਰ, ਤੇ 1971 ਦੇ ਵਿੱਚ ਜਿਹੜੀ ਲੜਾਈ ਹੋਈ ਸੀ ਉਹ ਸੀਗੀ ਭਾਰਤ ਤੇ ਚੀਨ ਦੇ ਵਿਚਕਾਰ। ਅਗਲੀ ਲੜਾਈ ਵੀ ਅਸੀਂ ਇੱਥੇ ਡਿਸਕਸ ਕਰਦੇ ਹਾਂ ਥੋੜੀ ਜੀ। ਕਾਰਗਲ ਯੁੱਧ ਕਦੋਂ ਹੋਇਆ? ਕਾਰਗਲ ਯੁੱਧ ਵੀ ਭਾਰਤ ਤੇ ਕਿਹਦੇ ਬਿਟਵੀਨ ਹੋਇਆ ਸੀ? ਕਾਰਗਲ ਯੁੱਧ ਭਾਰਤ ਤੇ ਪਾਕਿਸਤਾਨ ਦੇ ਬਿਟਵੀਨ ਹੀ ਹੋਇਆ ਸੀ, ਤੇ 1999 ਈਸਵੀ ਦੇ ਵਿੱਚ ਹੋਇਆ ਸੀ। ਕਾਰਗਲ ਨਾਂ ਦੇ ਸਥਾਨ ਤੇ ਹੋਇਆ ਸੀਗਾ। ਠੀਕ ਹੈ, ਇਸ ਕਰਕੇ ਜਿਹੜਾ ਹੈ ਇਸ ਲੜਾਈ ਨੂੰ ਅਸੀਂ ਕਾਰਗਲ ਆਖ ਦਿੰਦੇ ਹਾਂ। ਤਾਂ ਭਾਰਤ ਪਾਕ ਯੁੱਧ ਸੀ। ਨੈਕਸਟ ਕੁਐਸਚਨ, ਭਾਰਤ ਨੇ ਪਹਿਲੇ ਪਰਮਾਣੂ ਪ੍ਰੀਖਣ ਦਾ ਨਾਮ ਕੀ ਹੈ? ਠੀਕ ਹੈ, ਭਾਰਤ ਹੁਣ ਤੱਕ 2 ਪਰਮਾਣੂ ਪ੍ਰੀਖਣ ਕਰ ਚੁੱਕਾ। ਤਾਂ ਭਾਰਤ ਦਾ ਜਿਹੜਾ ਪਹਿਲਾ ਪਰਮਾਣੂ ਪ੍ਰੀਖਣ ਸੀਗਾ 1974 ਈਸਵੀ ਦੇ ਵਿੱਚ ਹੋਇਆ ਸੀ, ਤੇ ਉਹਦਾ ਨਾਮ ਕੀ ਸੀਗਾ ਜੀ ਬੇਟਾ ਸਾਡੇ ਕੋਲ? ਸਮਾਈਲਿੰਗ ਬੁੱਧਾ। ਠੀਕ ਹੈ, ਸਮਾਈਲਿੰਗ ਬੁੱਧਾ। ਠੀਕ ਹੈ, ਲਿਟਲ ਬॉय ਉਹ ਬੰਬ ਸੀਗਾ ਜਿਹੜਾ ਕਿ ਹਿਰੋਸ਼ਿਮਾ ਦੇ ਉੱਪਰ ਸਿੱਟਿਆ ਗਿਆ ਸੀ ਅਮਰੀਕਾ ਦੇ ਦੁਆਰਾ, ਤੁਹਾਨੂੰ ਪਤਾ ਹੋਊਗਾ, ਸੈਕੰਡ ਵਰਲਡ ਵਾਰ ਨੂੰ ਖਤਮ ਕਰਨ ਦੇ ਵੇਲੇ। ਤੇ ਆਪਰੇਸ਼ਨ ਸ਼ਕਤੀ ਵੀ ਭਾਰਤ ਦਾ ਜਿਹੜਾ ਸੀਗਾ ਉਹ ਸੈਕੰਡ ਪਰਮਾਣੂ ਪ੍ਰੀਖਣ ਸੀ, ਉਹਦਾ ਨਾਮ ਸੀ ਆਪਰੇਸ਼ਨ ਸ਼ਕਤੀ। ਫਰਸਟ ਜਿਹੜਾ ਕੀਤਾ ਸੀ ਉਹ ਭਾਰਤ ਦਾ ਸੀਗਾ ਫਰਸਟ ਪਰਮਾਣੂ ਪ੍ਰੀਖਣ ਐਟੋਮਿਕ ਜਿਹੜਾ ਐਕਸਪੈਰੀਮੈਂਟ ਭਾਰਤ ਨੇ ਕੀਤਾ ਸੀਗਾ। ਹਮੇਸ਼ਾ ਤੋਂ ਭਾਰਤ ਆਪਣੇ ਐਕਸਪੈਰੀਮੈਂਟ ਕਿੱਥੇ ਕਰਦਾ ਹੈਗਾ? ਪੋਖਰਨ ਰਾਜਸਥਾਨ ਦੇ ਵਿੱਚ ਇੱਕ ਜਗ੍ਹਾ ਜਿੱਥੇ ਇਹ ਐਕਸਪੈਰੀਮੈਂਟ ਕੀਤੇ ਜਾਂਦੇ ਆ ਪਰਮਾਣੂ ਦੇ ਨਾਲ ਰਿਲੇਟਡ। तो साडा फर्स्ट सीगा स्माइलिंग बुद्धा ते सेकंड सीगा ऑपरेशन शक्ति। नैक्सट क्वेश्चन हैगा अपने को CTBT कदों होया? CTBT बेटा ये भी एक ट्रीटी आ डिसआर्ममेंट नूं लैके निशस्त्रीकरण नूं लैके है ना। तो CTBT सब तो पहला फुल फॉर्म की हैगी आ? कॉम्प्रीहेंसिव ठीक है टेस्ट बैन ट्रीटी ठीक है जिहड़ी उस टाइम पे लगभग 185 देशों के बिटवीन हुई सीगी। हुई कदों सीगी? 1996 ईस्वी दे विच। फिलहाल डेट इत्थे इंपॉर्टेंट आ कि 1996 ईस्वी दे विच हुई सी ते भारत ने इहदे उपर साइन नहीं सी कीते। इहदे च की सीगा पूरी तरह दे नाल भारत मतलब भारत
ਭਾਰਤ ਨਹੀਂ, ਜਿਹੜੇ ਵੀ ਦੇਸ਼ ਇਹਦੇ ਤੇ ਸਾਈਨ ਕਰਨਗੇ ਉਹਨਾਂ ਦੇ ਵਿੱਚ ਪਰਮਾਣੂ ਟੈਸਟਿੰਗ ਦੇ ਉੱਪਰ ਰੋਕ ਲੱਗ ਜਾਣੀ ਸੀ। ਪਰਮਾਣੂ ਟੈਸਟ ਨਹੀਂ ਸੀ ਕਰ ਸਕਦੇ, ਬਟ ਭਾਰਤ ਵਿਚਾਰਾ ਇੱਥੇ ਆਲਰੇਡੀ ਸੈਕਿੰਡ ਆਪਣੇ ਜਿਹੜਾ ਪਰਮਾਣੂ ਟੈਸਟ ਦੀ ਤਿਆਰੀ ਕਰ ਰਿਹਾ ਸੀਗਾ, ਕਿਉਂਕਿ 1998 ਈਸਵੀ ਦੇ ਵਿੱਚ ਭਾਰਤ ਆਪਣਾ ਸੈਕਿੰਡ ਪਰਮਾਣੂ ਟੈਸਟ ਕਰਦਾ ਪੋਖਰਨ ਰਾਜਸਥਾਨ ਦੇ ਵਿੱਚ ਹੀ, ਕਿਉਂਕਿ ਪਹਿਲਾ 1976 ਦੇ ਵਿੱਚ ਕਰ ਹੀ ਚੁੱਕਾ ਸੀ ਨਾ। ਉਸ ਤੋਂ ਬਾਅਦ ਉਹਦਾ ਸੈਕਿੰਡ ਐਕਸਪੈਰੀਮੈਂਟ ਆ ਜਿਹੜਾ 1998 ਈਸਵੀ ਦੇ ਵਿੱਚ ਹੁੰਦਾ ਹੈ ਨਾ। ਤਾਂ ਇਸ ਕਰਕੇ ਭਾਰਤ ਕਿਉਂਕਿ 1996 ਈਸਵੀ ਦੇ ਵਿੱਚ ਇਹ ਆ ਗਈ ਤੇ ਇਹਦੇ ਉੱਪਰ ਸਾਈਨ ਕਰ ਦਿੰਦਾ, ਤਾਂ ਫਿਰ ਉਹ ਵਿਚਾਰੇ ਨੇ ਸੈਕਿੰਡ ਜਿਹੜਾ ਆਪਣਾ ਪਰਮਾਣੂ ਐਕਸਪੈਰੀਮੈਂਟ ਸੀ, ਐਟੋਮਿਕ ਐਕਸਪੈਰੀਮੈਂਟ ਸੀ, ਉਹ ਨਹੀਂ ਸੀ ਕਰ ਸਕਣਾ ਨਾ, ਟੈਸਟਿੰਗ ਨਹੀਂ ਸੀ ਕਰ ਸਕਣੀ। ਤਾਂ ਇਸ ਕਰਕੇ ਉਹਨੇ ਭਾਰਤ ਨੇ ਜਿਹੜਾ ਸੀਗਾ CTBT ਦੇ ਉੱਪਰ ਸਾਈਨ ਨਹੀਂ ਸੀ ਕੀਤੇ। ਇੱਕ ਸੰਧੀ ਸੀ ਜਿਹਦੇ ਚ ਤੁਸੀਂ ਪਰਮਾਣੂ ਟੈਸਟ ਨਹੀਂ ਸੀ ਕਰ ਸਕਦੇ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਭਾਰਤ ਦਾ ਦੂਜਾ ਪਰਮਾਣੂ ਸਫਲ ਪ੍ਰੀਖਣ 1998 ਈਸਵੀ ਦੇ ਵਿੱਚ ਹੋਇਆ, ਮੈਂ ਆਲਰੇਡੀ ਦੱਸ ਚੁੱਕੀ ਹਾਂ ਹਨਾ। ਤਾਂ ਉਸ ਟਾਈਮ ਤੇ ਪ੍ਰਧਾਨ ਮੰਤਰੀ ਕੌਣ ਸੀਗੇ? ਤਾਂ ਸਾਡੇ ਕੋਲ ਉਸ ਟਾਈਮ ਤੇ ਪ੍ਰਧਾਨ ਮੰਤਰੀ ਸੀ 1988 ਈਸਵੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ। ਸਭ ਤੋਂ ਛੋਟਾ ਕਾਰਜਕਾਲ ਇਹਨਾਂ ਦਾ ਰਿਹਾ, ਤੁਹਾਨੂੰ ਇਹ ਕਲੀਅਰ ਹੋਊਗਾ ਹਨਾ। ਜਿਹੜੇ ਰਾਜ ਸਭਾ ਦੇ ਵਿੱਚੋਂ ਬਣਨ ਵਾਲੇ ਸੀ ਉਹ ਸੀਗੇ ਗੁਜਰਾਲ। ਇੰਦਰਾ ਗਾਂਧੀ ਪਹਿਲੇ ਸੀ ਜਿਹੜੇ ਰਾਜ ਸਭਾ ਦੇ ਵਿੱਚੋਂ ਬਣੀ ਸੀ, ਪਹਿਲੀ ਵੂਮਨ ਸੀ ਹਨਾ। ਇਹ ਚੀਜ਼ਾਂ ਤੁਹਾਡੇ ਲਈ ਡੈਫੀਨੇਟਲੀ ਇੰਪੋਰਟੈਂਟ ਹੋ ਸਕਦੀਆਂ ਨੇ ਇਹਨਾਂ ਦੇ ਵਿੱਚੋਂ। ਠੀਕ ਹੈ। ਤਾਂ ਭਾਰਤ ਨੇ ਜਿਹੜਾ ਆਪਣਾ ਦੂਜਾ ਪਰਮਾਣੂ ਪ੍ਰੀਖਣ ਕੀਤਾ ਸੀ 1998 ਈਸਵੀ ਦੇ ਵਿੱਚ ਕੀਤਾ ਸੀ, ਜਿਹਦਾ ਨਾਮ ਸੀਗਾ ਆਪਰੇਸ਼ਨ ਸ਼ਕਤੀ। ਠੀਕ ਹੈ, ਆਪਰੇਸ਼ਨ ਸ਼ਕਤੀ। ਤਾਂ ਇਹਨਾਂ ਦੇ ਵਿੱਚੋਂ ਵੀ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਹੋ ਸਕਦੇ ਆ ਨਾ, ਬਣਦੇ ਆ, ਹਮੇਸ਼ਾ ਪੁੱਛੇ ਵੀ ਜਾਂਦੇ ਆ। ਤਾਂ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਅਟਲ ਬਿਹਾਰੀ ਵਾਜਪਾਈ ਦੇ ਬਾਰੇ ਜਿਹੜੀ ਇੱਕ ਹੋਰ ਚੀਜ਼ ਧਿਆਨ ਦੇ ਵਿੱਚ ਰੱਖਣੀ ਉਹ ਹੈਗੀ ਆ ਤੁਹਾਡੀ ਸਭ ਤੋਂ ਛੋਟਾ ਟਨਿਓਰ, ਸਭ ਤੋਂ ਛੋਟੇ ਕਾਲ ਜਿਨ੍ਹਾਂ ਦਾ ਰਿਹਾ PM ਦੇ ਤੌਰ ਤੇ ਉਹ ਇਹਨਾਂ ਦਾ ਸੀ। ਫਿਰ ਇਹ ਦੁਬਾਰਾ ਚੁਣੇ ਜਾਂਦੇ ਆ ਤਾਂ ਦੁਬਾਰਾ ਇਹਨਾਂ ਦਾ ਉਹੀ ਲੌਂਗ ਟਰਮ ਨਹੀਂ ਰਹਿੰਦਾ, ਬਟ ਵਿੱਚੋਂ ਥੋੜੇ ਜਿਹੇ ਦਿਨਾਂ ਦੇ ਲਈ ਵੀ ਇਹ PM ਆਪਣੇ ਕੋਲ ਬਣੇ ਸੀ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, UN ਰਾਸ਼ਟਰ ਦੀ ਸਥਾਪਨਾ ਦੇ ਲਈ ਆਖਰੀ ਕਾਨਫਰੰਸ ਕਿਹੜੀ ਸੀ? UNO ਦੇ ਲਈ ਆਖਰੀ ਕਾਨਫਰੰਸ ਸਾਡੇ ਕੋਲ ਕਿਹੜੀ ਸੀਗੀ? ਤਾਂ UNO ਦੇ ਲਈ ਜਿਹੜੀ ਆਖਰੀ ਕਾਨਫਰੰਸ ਸੀਗੀ ਉਹ ਸੀਗੀ ਸਾਨ ਫਰਾਂਸਿਸਕੋ ਕਾਨਫਰੰਸ। ਠੀਕ ਹੈ। ਤਾਂ ਜਿਹੜੀ ਸਾਡੇ ਕੋਲ ਸਾਨ ਫਰਾਂਸਿਸਕੋ ਕਾਨਫਰੰਸ ਸੀ, ਇਸੇ ਕਾਨਫਰੰਸ ਦੇ ਵਿੱਚ ਹੀ 51 ਦੇਸ਼ਾਂ ਨੇ ਹਨਾ, 51 ਦੇਸ਼ ਜਿਹੜੇ ਇਹਦੇ ਮੌਲਿਕ ਦੇਸ਼ ਸੀਗੇ, ਜਦੋਂ ਇਹ ਬਣਦੀ ਹੈ ਇਹਦੇ ਚ ਸ਼ਾਮਲ ਹੁੰਦੇ ਆ ਤਾਂ ਮੌਲਿਕ ਦੇਸ਼ਾਂ ਨੇ ਇਹਦੇ ਉੱਪਰ ਸਾਈਨ ਕੀਤੇ ਸੀਗੇ ਸਾਨ ਫਰਾਂਸਿਸਕੋ, ਤੇ ਹੋਈ ਸੀਗੀ ਸਾਡੀ 26 ਜੂਨ ਨੂੰ। ਠੀਕ ਹੈ, 26 ਜੂਨ 1945 ਨੂੰ ਹੋਈ ਸੀ ਤੇ ਉਸ ਤੋਂ ਬਾਅਦ 24 ਅਕਤੂਬਰ, ਠੀਕ ਹੈ, 24 ਅਕਤੂਬਰ 1945 ਨੂੰ UNO ਦੀ ਸਥਾਪਨਾ ਹੋ ਜਾਂਦੀ ਹੈ। ਬਟ ਇਹ ਆਖਰੀ ਕਾਨਫਰੰਸ ਸੀਗੀ ਸਾਨ ਫਰਾਂਸਿਸਕੋ। ਇਸ ਤੋਂ ਬਿਨਾਂ ਇਹ ਵੀ ਸਾਰੀਆਂ ਕਾਨਫਰੰਸ ਨੇ ਜਿਨ੍ਹਾਂ ਨੇ ਇਹਦੇ ਬਣਨ ਦੇ ਵਿੱਚ ਹਿੱਸਾ ਪਾਇਆ। ਜਾਲਟਾ ਕਾਨਫਰੰਸ ਹੋ ਗਈ, UN ਘੋਸ਼ਣਾ ਹੋ ਗਈ ਹਨਾ, ਲੰਡਨ ਡੈਕਲੇਰੇਸ਼ਨ ਹੋ ਗਈ, ਐਟਲਾਂਟਿਕ ਡੈਕਲੇਰੇਸ਼ਨ ਹੋ ਗਈ, ਬਹੁਤ ਸਾਰੀਆਂ ਹੋਰ ਵੀ ਮਾਸਕੋ ਕਾਨਫਰੰਸ ਹੋਈਆਂ, ਕਾਫੀ ਸਾਰੀਆਂ ਕਾਨਫਰੰਸ ਇਹਦੇ ਲਈ ਪਹਿਲਾਂ ਹੋ ਚੁੱਕੀਆਂ ਸੀ, ਬਟ ਆਖਰੀ ਜਿਹੜੀ ਸੀ ਉਹ ਸਾਡੇ ਲਈ ਸੀ ਸਾਨ ਫਰਾਂਸਿਸਕੋ। ਠੀਕ ਹੈ ਜੀ। ਨੈਕਸਟ ਬੇਟਾ ਆਪਣੇ ਕੋਲ ਕਿਹੜੀ UN ਰਾਸ਼ਟਰ ਦੀ ਦਫ਼ਤਰੀ ਭਾਸ਼ਾ ਨਹੀਂ ਆ? ਠੀਕ ਹੈ, ਕਿਹੜੀ ਆਪਣੇ ਕੋਲ ਦਫ਼ਤਰੀ ਭਾਸ਼ਾ ਨਹੀਂ ਆ? ਪਹਿਲਾਂ ਤਾਂ ਦੇਖੋ ਬੇਟਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਦੇ ਸਥਾਈ ਮੈਂਬਰ ਕਿਹੜੇ ਨੇ ਹਨਾ, ਸਥਾਈ ਮੈਂਬਰ ਕਿਹੜੇ ਨੇ, ਤੇ ਦੈਨ ਇਹਦੀ ਭਾਸ਼ਾ ਕਿਹੜੀ ਹੈਗੀ ਆ ਸਾਡੀ ਹਨਾ। ਜੇ ਤੁਹਾਨੂੰ ਸਥਾਈ ਮੈਂਬਰ ਕਲੀਅਰ ਨੇ, ਤੁਹਾਨੂੰ ਆਪ ਖੁਦ ਬਾ ਖੁਦ ਕਲੀਅਰ ਹੋ ਜਾਊਗਾ। 5 ਤਾਂ ਹੈਗੇ ਨੇ ਬੇਟਾ ਸਾਡੇ ਕੋਲ ਸਥਾਈ ਮੈਂਬਰ। ਠੀਕ ਹੈ, 5 ਸਥਾਈ ਮੈਂਬਰ ਨੇ ਤੇ 6 ਆ ਜਿਹੜੀਆਂ UNO ਦੀਆਂ ਹੈਗੀਆਂ ਨੇ ਅਫੀਸ਼ੀਅਲ ਭਾਸ਼ਾਵਾਂ। ਠੀਕ ਹੈ, ਦੇਖੋ ਸਭ ਤੋਂ ਪਹਿਲੀ ਜਿਹੜਾ ਸਾਡੇ ਕੋਲ ਦੇਸ਼ ਹੈਗਾ ਜਿਹੜਾ ਦਾ ਸਥਾਈ ਮੈਂਬਰ ਹੈਗਾ ਉਹ ਆਪਾਂ ਕਹਿ ਦਈਏ ਫਰਾਂਸ। ਤਾਂ ਇਹਦਾ ਮਤਲਬ ਫਰਾਂਸ ਦੀ ਜਿਹੜੀ ਭਾਸ਼ਾ ਹੈਗੀ ਆ ਫਰਾਂਸੀਸੀ, ਉਹ ਵੀ ਸਾਡੀ ਭਾਸ਼ਾ ਹੋਗੀ, ਇਹਦਾ ਹਿੱਸਾ ਹੋਗੀ ਹਨਾ। ਦੈਨ ਆਪਾਂ ਕਹਿਤਾ ਕਿ ਸਾਡੇ ਕੋਲ ਇਹਦੇ ਚ ਸ਼ਾਮਲ ਹੈਗਾ ਸਥਾਈ ਦੇ ਵਿੱਚ ਰੂਸ। ਠੀਕ ਹੈ, ਤਾਂ ਇਹਦਾ ਮਤਲਬ ਸਾਡੇ ਕੋਲ ਰਸ਼ੀਅਨ ਰੂਸੀ ਭਾਸ਼ਾ ਵੀ ਇਹਦੇ ਚ ਸ਼ਾਮਲ ਹੋਗੀ, ਰੂਸੀ ਭਾਸ਼ਾ ਹਨਾ, ਇਹਦਾ ਮਤਲਬ ਰੂਸੀ ਭਾਸ਼ਾ ਵੀ ਇਹਦੇ ਚ ਸ਼ਾਮਲ ਹੈਗੀ ਆ। ਦੈਨ ਆਪਾਂ ਇਹ ਕਹਿਤਾ ਕਿ ਸਾਡੇ ਕੋਲ ਇੰਗਲੈਂਡ ਸ਼ਾਮਲ ਆ। ਠੀਕ ਹੈ, ਤੇ ਸਾਡੇ ਕੋਲ USA ਸ਼ਾਮਲ ਆ, ਜਾਨੀ ਕਿ ਮੈਂ ਕਹਿਦਾ ਅਮਰੀਕਾ ਸ਼ਾਮਲ ਆ। ਤਾਂ ਦੋਨਾਂ ਦੀ ਜਿਹੜੀ ਇੱਕ ਭਾਸ਼ਾ ਹੈਗੀ ਉਹ ਸਾਡੇ ਕੋਲ ਕਿਹੜੀ ਹੈਗੀ ਆ? ਅੰਗਰੇਜ਼ੀ। ਤਾਂ ਇਹਦਾ ਮਤਲਬ ਸਾਡੇ ਕੋਲ ਅੰਗਰੇਜ਼ੀ ਜਾਨੀ ਕਿ ਇੰਗਲਿਸ਼ ਭਾਸ਼ਾ ਵੀ ਇਹਦੀ ਅਫੀਸ਼ੀਅਲ ਭਾਸ਼ਾਵਾਂ ਦੇ ਵਿੱਚ ਸ਼ਾਮਲ ਆ। ਠੀਕ ਹੈ, ਤੇ ਇੱਕ ਸਾਡੇ ਕੋਲ ਹੈਗਾ ਇਹਦੇ ਚ ਸ਼ਾਮਲ ਚੀਨ, ਤੇ ਇਹਦਾ ਮਤਲਬ ਜੇ ਚੀਨ ਸ਼ਾਮਲ ਆ ਤਾਂ ਸਾਡੇ ਕੋਲ ਚੀਨੀ ਭਾਸ਼ਾ ਵੀ ਸ਼ਾਮਲ ਆ। ਠੀਕ ਹੈ, ਇਸ ਤੋਂ ਬਿਨਾਂ ਸਾਡੇ ਕੋਲ 2 ਹੋਰ ਭਾਸ਼ਾਵਾਂ ਐਕਸਟਰਾ ਸ਼ਾਮਲ ਨੇ। 5 ਦੇਸ਼ ਤਾਂ ਸਾਡੇ ਕੋਲ ਹੋ ਗਏ ਸਥਾਈ ਮੈਂਬਰ, ਬਟ ਭਾਸ਼ਾ ਤੁਸੀਂ ਦੇਖੋ ਸਾਡੇ ਕੋਲ ਅਜੇ 4 ਹੀ ਹੋਈਆਂ। ਤਾਂ ਜਿਹੜੀਆਂ 2 ਐਕਸਟਰਾ ਭਾਸ਼ਾਵਾਂ ਹੋਰ ਐਡ ਕੀਤੀਆਂ ਗਈਆਂ ਸੀ ਇਹਦੇ ਚ, ਉਹ ਕਿਹੜੀਆਂ ਸੀ ਜੀ? ਆਪਣੇ ਕੋਲ ਇੱਕ ਤਾਂ ਅਰਬੀ, ਠੀਕ ਹੈ, ਅਰੈਬਿਕ, ਤੇ ਇੱਕ ਹੈਗੀ ਆ ਸਪੈਨਿਸ਼। ਠੀਕ ਹੈ, 2 ਐਕਸਟਰਾ ਭਾਸ਼ਾਵਾਂ ਵੀ ਇਹਦੇ ਚ ਸ਼ਾਮਲ ਨੇ। ਤੁਸੀਂ ਦੇਖੋ ਸਪੈਨਿਸ਼ ਦਿੱਤੀ ਗਈ ਆ, ਅਰਬੀ ਦਿੱਤੀ ਗਈ ਆ, ਲੈਟਿਨ ਭਾਸ਼ਾ ਦਾ ਅਸੀਂ ਇੱਥੇ ਜ਼ਿਕਰ ਨਹੀਂ ਕੀਤਾ। ਇਹਦਾ ਮਤਲਬ ਜਿਹੜੀ ਲਾਤੀਨੀ ਭਾਸ਼ਾ ਸੀ, ਲੈਟਿਨ ਭਾਸ਼ਾ ਸੀ, ਉਹ ਸਾਡੇ ਸੰਯੁਕਤ ਰਾਸ਼ਟਰ ਸੰਘ ਦੀ ਭਾਸ਼ਾ ਨਹੀਂ ਸੀ। ਠੀਕ ਹੈ ਜੀ, ਤਾਂ ਇਹ ਸੀ ਸਾਡੇ ਅੱਜ ਦੇ MCQ। ਨੈਕਸਟ ਕਲਾਸ ਦੇ ਵਿੱਚ ਨੈਕਸਟ ਕੰਟੀਨਿਊ ਕਰਾਂਗੇ। ਥੈਂਕ ਯੂ ਸੋ ਮਚ।